ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਨਿੱਘੀ ਜੀ ਆਇਆਂ ਨੂੰ। ਮੇਰਾ ਤੁਹਾਡੇ ਨਾਲ ਸਾਥ ਹਰ ਬੁੱਧਵਾਰ ਹੁੰਦਾ, ਜਿਸ ਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੁਹਾਡੇ ਲਈ ਕੋਈ ਨਾ ਕੋਈ ਵਧੀਆ ਗੈਸਟ ਲੈ ਕੇ ਆਵਾਂ ਜਿਨ੍ਹਾਂ ਦੇ ਕੋਲੋਂ ਅਸੀਂ ਕੁਝ ਇਨਫੋਰਮੇਸ਼ਨ ਲੈ ਸਕੀਏ। ਸਭ ਤੋਂ ਪਹਿਲਾਂ ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ ਸਾਡੇ ਸਾਰੇ ਹੀ ਸਪਾਂਸਰਸ ਦਾ, ਜਿਨ੍ਹਾਂ ਦੇ ਕਰਕੇ ਅਸੀਂ ਤੁਹਾਡੇ ਨਾਲ ਰਾਬਤਾ ਕਾਇਮ ਕਰੀਦਾ, ਤੁਹਾਡੇ ਨਾਲ ਗੱਲਬਾਤ ਕਰੀਦੀ ਆ। ਔਰ ਇਸ ਦੇ ਨਾਲ ਮੈਂ ਦੱਸਣਾ ਚਾਹੁੰਦੀ ਹਾਂ ਕਿ FOII ਮੀਡੀਆ, ਸਾਂਝਾ ਟੀਵੀ, BNB ਟਰਸਟ, ਬਿਲ ਸੰਧੂ, ਖਾਲਸਾ ਲਾਇਬ੍ਰੇਰੀ, ਸਾਡੇ ਕੋਲ ਗਰੋਸਰੀ ਹਾਲੇ ਵੀ ਅਵੇਲੇਬਲ ਹੈ। ਜੇ ਕਿਸੇ ਜ਼ਰੂਰਤਮੰਦ ਨੂੰ ਗਰੋਸਰੀ ਚਾਹੀਦੀ ਹੋਵੇ ਤੇ ਤੁਸੀਂ ਸਾਡੇ ਕੋਲੋਂ ਆ ਕੇ ਵੀ ਲਿਆ ਸਕਦੇ ਹੋ ਜਾਂ ਸਾਨੂੰ ਫੋਨ ਕਰ ਸਕਦੇ ਹੋ ਤੇ ਤੁਹਾਡੇ ਤੱਕ ਪਹੁੰਚ ਦੀ ਵੀ ਕੀਤੀ ਜਾ ਸਕਦੀ ਹੈ। ਸੋ ਕੋਸ਼ਿਸ਼ ਹੁੰਦੀ ਹੈ ਕਿ ਹਮੇਸ਼ਾ ਹੀ ਅਸੀਂ ਉਹਨਾਂ ਮਹਿਮਾਨਾਂ ਨੂੰ ਬੁਲਾਈਏ ਜਿਨ੍ਹਾਂ ਦੇ ਕੋਲੋਂ ਤੁਸੀਂ ਵੀ ਆਪਣੇ ਸਵਾਲ ਜਵਾਬ ਪੁੱਛ ਸਕਦੇ ਹੋ। ਤੇ ਤੁਸੀਂ ਸਾਰੇ ਜਾਣਦੇ ਹੋ ਕਿ ਮੇਰੇ ਸ਼ੋਅ ਦੇ ਵਿੱਚ ਅਕਸਰ ਡਾਕਟਰਸ ਬਹੁਤ ਆਉਂਦੇ ਆ। ਕਿਉਂਕਿ ਤੁਸੀਂ ਪਿਆਰ ਕਰਦੇ ਹੋ, ਤੁਸੀਂ ਗੱਲਾਂ ਆਪਣੇ ਜਿਹੜੇ ਸਵਾਲ ਜਵਾਬ ਪੁੱਛਦੇ ਹੋ ਹਮੇਸ਼ਾ। ਸੋ ਇਸੇ ਤਰ੍ਹਾਂ ਹੀ ਅੱਜ ਸਾਡੇ ਨਾਲ ਨੇ ਜੀ ਡਾਕਟਰ ਮੁਰਤਜ਼ਾ। ਇਹਨਾਂ ਦੇ ਬਾਰੇ ਥੋੜ੍ਹਾ ਜਿਹਾ ਦੱਸਣਾ ਚਾਹੁੰਦੀ ਹਾਂ ਕਿ ਕਹਿੰਦੇ ਜਦੋਂ ਤੁਸੀਂ ਕਿਸੇ ਗੱਲ ਨੂੰ ਆਪ ਪਰਖਦੇ ਆ, ਆਪ ਤੁਸੀਂ ਉਸ ਇਨਸਾਨ ਨੂੰ ਮਿਲੇ ਹੁੰਦੇ ਆ, ਤੁਸੀਂ ਆਪ ਉਹਨਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋਏ ਹੁੰਦੇ ਆ ਤੇ ਫਿਰ ਹੀ ਤੁਹਾਡਾ ਦਿਲ ਕਰਦਾ ਕਿ ਇਸ ਇਨਸਾਨ ਦੇ ਇਹਨੂੰ ਲਿਆ ਕੇ ਅਸੀਂ ਹੋਰ ਲੋਕਾਂ ਦੇ ਰੂਬਰੂ ਕਰੀਏ ਤਾਂ ਕਿ ਬਾਕੀ ਲੋਕ ਵੀ ਇਹਨਾਂ ਦੇ ਕੋਲੋਂ ਫਾਇਦਾ ਲੈ ਸਕਣ, ਆਪਣੀ ਸਿਹਤ ਦਾ ਖਿਆਲ ਰੱਖ ਸਕਣ। ਸੋ ਇਹਨਾਂ ਦੀ ਜੇ ਮੈਂ ਗੱਲ ਕਰਾਂ ਤੇ ਇਹ CEO ਨੇ ਜੀ ਕੈਨੇਡਾ ਹੋਮੋਪੈਥਿਕ ਕਲੀਨਿਕ ਦੇ। ਔਰ ਇਹਨਾਂ ਨੂੰ ਅੱਜ ਜੀ ਆਇਆਂ ਕਹਿੰਦੇ ਆ ਤੇ ਪੂਰਾ 1 ਘੰਟਾ ਸਾਡੇ ਕੋਲ ਸਕਰੀਨ ਤੇ ਸਾਡੇ ਨੰਬਰ ਆ ਰਹੇ ਆ। ਤੁਹਾਡੀ ਕੋਈ ਵੀ ਪ੍ਰੋਬਲਮ ਆ, ਤੁਸੀਂ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਆਪਣਾ ਕੋਈ ਤੁਹਾਡਾ ਹੈਲਥ ਰਿਲੇਟਡ ਕੋਈ ਸਵਾਲ ਆ, ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ। ਸੋ ਸਾਰਿਆਂ ਤੋਂ ਪਹਿਲਾਂ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ। ਸੋ ਡਾਕਟਰ ਮੁਰਤਜ਼ਾ ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਫॉर ਯੂਰ ਟਾਈਮ ਕਿ ਤੁਸੀਂ ਆਪਣੇ ਬਿਜ਼ੀ ਟਾਈਮ ਚੋਂ ਕੱਢ ਕੇ ਅੱਜ ਸਾਡੇ ਪਰਿਵਾਰਾਂ ਦੇ ਰੂਬਰੂ ਹੋਏ ਜੀ। ਥੈਂਕ ਯੂ, ਤੁਹਾਡਾ ਧੰਨਵਾਦ ਜੀ, ਤੁਸੀਂ ਸਾਨੂੰ ਬੁਲਾਇਆ ਇੱਥੇ ਜੀ। ਔਰ ਜਦੋਂ ਅਸੀਂ ਗੱਲ ਕਰਦੇ ਹਾਂ, ਜਦੋਂ ਡਾਕਟਰ ਨਾ ਆ ਜਾਂਦਾ ਤੇ ਕਈ ਲੋਕਾਂ ਨੂੰ ਆਪਣੀਆਂ ਬਿਮਾਰੀਆਂ ਯਾਦ ਆਉਣ ਲੱਗ ਪੈਂਦੀਆਂ ਕਿ ਮੈਂ ਆਹ ਪੁੱਛਣਾ ਜਾਂ ਮੈਂ ਆਹ ਪੁੱਛਣਾ ਆ। ਪਰ ਬਹੁਤ ਸਾਰੀਆਂ ਕਹਿ ਲਓ ਕਿ ਅੱਜ ਕੱਲ੍ਹ ਲੋਕਾਂ ਦੇ ਵਿੱਚ ਪ੍ਰੋਬਲਮਸ ਹੈਗੀਆਂ ਆ, ਖਾਸ ਕਰਕੇ COVID-19 ਦੇ ਚੱਲਦੇ ਆ। ਸੋ ਅੱਜ ਅਸੀਂ ਤੁਹਾਡੇ ਕੋਲੋਂ ਜਾਣਾਂਗੇ ਕਿ ਅਲਟਰਨੇਟਿਵ ਮੈਡੀਸਨ ਦੇ ਬਾਰੇ। ਇਹਦੇ ਬਾਰੇ ਪਹਿਲਾਂ ਤਾਂ ਸਾਨੂੰ ਥੋੜ੍ਹਾ ਜਿਹਾ ਦੱਸੋ ਜੀ। ਅਲਟਰਨੇਟਿਵ ਮੈਡੀਸਨ ਦਾ ਜਦੋਂ ਤੁਸੀਂ ਲਫ਼ਜ਼ ਕਹਿੰਦੇ ਹੋ ਨਾ ਅਲਟਰਨੇਟਿਵ ਮੈਡੀਸਨ, ਤੇ ਸਭ ਤੋਂ ਪਹਿਲਾਂ ਮਾਈਂਡ 'ਚ ਜਿਹੜਾ ਖਿਆਲ ਆਉਂਦਾ ਹੈ ਕਿ ਐਵੇਂ ਹੀ ਕੋਈ ਮੈਡੀਸਨ, ਐਸਾ ਨਹੀਂ ਹੈ। ਹਰ ਉਹ ਮੈਡੀਸਨ ਜਿਹੜੀ ਅਦਰ ਦੈਨ ਟ੍ਰੈਡੀਸ਼ਨਲ ਮੈਡੀਸਨ ਹੈ ਉਹ ਅਲਟਰਨੇਟਿਵ ਮੈਡੀਸਨ ਹੈ। ਇਹਦੇ ਵਿੱਚ ਸਾਈਕੋਲੋਜੀਕਲ ਮੈਡੀਸਨ ਵੀ ਹੈ, ਇਹਦੇ ਵਿੱਚ ਸਪਿਰਿਚੁਅਲ ਮੈਡੀਸਨ ਵੀ ਹੈ, ਇਹਦੇ ਵਿੱਚ ਹੋਮਿਓਪੈਥਿਕ ਟ੍ਰੀਟਮੈਂਟ ਵੀ ਹੈ, ਇਹਦੇ ਵਿੱਚ ਹਰਬਲ ਟ੍ਰੀਟਮੈਂਟ ਵੀ ਹੈ, ਇਹਦੇ ਆਯੁਰਵੈਦਿਕ ਟ੍ਰੀਟਮੈਂਟ ਵੀ ਹੈ। ਹਰ ਉਹ ਮੈਡੀਸਨ ਜਿਹੜੀ ਟ੍ਰੈਡੀਸ਼ਨਲ ਮੈਡੀਸਨ ਤੋਂ ਇਲਾਵਾ ਹੈ, ਦੈਟ ਇਜ਼ ਅਲਟਰਨੇਟਿਵ ਮੈਡੀਸਨ। ਔਰ ਹਰ ਉਹ ਡਿਜ਼ੀਜ਼ ਜਿਹਦਾ ਸੋਲੂਸ਼ਨ ਤੁਹਾਨੂੰ ਟ੍ਰੈਡੀਸ਼ਨਲ ਮੈਡੀਸਨ 'ਚ ਨਹੀਂ ਹੈਗਾ, ਉਹ ਅਲਟਰਨੇਟਿਵ ਮੈਡੀਸਨ 'ਚ ਹੈਗਾ। ਜਸਟ ਨੇਮ ਇਟ ਜੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਤਾਂ ਤੁਹਾਡੇ ਬਾਰੇ ਥੋੜ੍ਹੀ ਜਿਹੀ ਗੱਲ ਕੀਤੀ ਜਾਵੇ ਔਰ ਤੁਸੀਂ ਥੋੜ੍ਹਾ ਜਿਹਾ ਆਪਣੇ ਬੈਕਗਰਾਊਂਡ ਬਾਰੇ ਸਾਨੂੰ ਦੱਸੋ, ਕਿਉਂਕਿ ਬੇਸ਼ੱਕ ਅਸੀਂ ਤੁਹਾਡੇ ਨਾਲ ਪਹਿਲਾਂ ਇੰਟਰਵਿਊ ਕਰ ਚੁੱਕੇ ਹਾਂ, ਪਰ ਅੱਜ ਜਿਹੜੇ ਲਾਈਵ ਸਾਨੂੰ ਦੇਖਦੇ ਆ ਪਰਿਵਾਰ, ਸੋ ਉਹਨਾਂ ਨੂੰ ਜਾਣਨਾ ਬਹੁਤ ਜ਼ਰੂਰੀ ਆ ਕਿ ਡਾਕਟਰ ਮੁਰਤਜ਼ਾ ਹੋਣਾ ਦੀ ਥੋੜ੍ਹੀ ਜਿਹੀ ਬੈਕਗਰਾਊਂਡ 'ਤੇ ਚੱਲਦੇ ਹਾਂ ਜੀ। ਬੈਕਗਰਾਊਂਡ ਤਾਂ ਮੇਰੀ ਇੰਨੀ ਲੰਬੀ ਹੈ ਕਿ ਅਗਰ ਮੈਂ ਉਹ ਦੱਸਣੀ ਸ਼ੁਰੂ ਕਰਾਂ ਨਹੀਂ, ਸਾਡੇ ਕੋਲ 1 ਘੰਟਾ ਹੀ ਹੈ, ਸੋ ਅਸੀਂ ਥੋੜ੍ਹੀ ਜਿਹੀ ਛੋਟੀ ਰੱਖਾਂਗੇ। ਤੁਹਾਨੂੰ ਛੋਟਾ ਜਿਹਾ ਆਪਣਾ ਤਾਰਫ ਕਰਵਾਉਣਾ ਕਿ ਮੇਰੀ ਜਿਹੜੀ ਕੁਆਲੀਫਿਕੇਸ਼ਨ ਹੈ, ਐਜੂਕੇਸ਼ਨ ਹੈ, ਉਹ ਸਾਰੀ ਇੱਕ ਹੋਰ ਫੀਲਡ ਦੀ ਹੈ, ਸਟ੍ਰੈਟੇਜਿਕ ਸਟੱਡੀਜ਼ ਦੀ। MSc, MPhil, PhD, ਕਾਊਂਟਰ ਟੈਰਰਿਜ਼ਮ 'ਤੇ ਕਿਤਾਬਾਂ, ਜੌਬਸ, ਕੋਈ 20-22 ਸਾਲ ਦੀ ਸਰਵਿਸਿਜ਼, ਬਹੁਤ ਕੁਛ ਹੈ। ਲੇਕਿਨ ਉਧਰ ਨਹੀਂ ਅਸੀਂ ਜਾਵਾਂਗੇ। ਦਿਸ ਇਜ਼ ਮਾਈ ਪੈਸ਼ਨ। ਜਿਹੜਾ ਡਾਕਟਰੀ ਵਾਲੀ ਫੀਲਡ ਹੈ, ਜਿਹੜਾ ਲੋਕਾਂ ਨੂੰ ਟਰੀਟ ਕਰਨ ਵਾਲੀ ਫੀਲਡ ਹੈ, ਮੈਡੀਸਨ 'ਤੇ ਰਿਸਰਚ ਵਾਲੀ ਫੀਲਡ ਹੈ, ਡਿਜ਼ੀਜ਼ਿਜ਼ 'ਤੇ ਰਿਸਰਚ ਵਾਲੀ ਫੀਲਡ ਹੈ, ਉਹ ਮੇਰਾ ਪੈਸ਼ਨ ਹੈ। That is not my profession, that is my passion. ਅੱਛਾ, ਮੇਰੇ ਇੱਕ ਗੱਲ ਜਹਿਨ ਦੇ ਵਿੱਚ ਆਈ ਕਿ ਤੁਹਾਡਾ ਪ੍ਰੋਫੈਸ਼ਨ ਕੋਈ ਹੋਰ ਸੀ, ਸੋ ਤੁਸੀਂ ਉਹਨੂੰ ਛੱਡ ਕੇ ਇਸ ਪਾਸੇ ਆਏ, ਕਿਸੇ ਗੱਲ ਤੋਂ ਇਨਸਪਾਇਰ ਹੋਏ ਸੀ ਜਾਂ ਕਿਉਂ ਇਸ ਪਾਸੇ ਆਉਣ ਦਾ ਰੁਝਾਨ ਬਣਿਆ? ਮੈਂ ਦੇਖਿਆ ਕਿ ਜਦੋਂ ਲੋਕ ਹਸਪੀਟਲ ਜਾਂਦੇ ਨੇ ਤੇ ਉੱਥੇ ਉਹਨਾਂ ਨੂੰ ਜਿਹੜੀ ਟ੍ਰੀਟਮੈਂਟ ਮਿਲਦੀ ਹੈ, ਉਹ ਟ੍ਰੀਟਮੈਂਟ ਇੱਕ ਆਰਜ਼ੀ ਜਿਹੀ ਟ੍ਰੀਟਮੈਂਟ ਹੁੰਦੀ ਹੈ। ਮੇਰੇ ਨਾਲ ਖੁਦ ਨਾਲ ਵੀ ਕੋਈ ਐਕਸਪੀਰੀਅੰਸ ਹੋਇਆ ਸੀ 25 years back। ਹੁਣ ਤੇ 19 ਸਾਲ ਹੋ ਗਏ ਮੈਨੂੰ ਆਪਣੇ ਕਲੀਨਿਕ ਤੇ ਮੈਂ ਉਸ ਤੋਂ ਬਾਅਦ ਇੱਕ ਖੋਜ ਕਰਨੀ ਸ਼ੁਰੂ ਕੀਤੀ ਕਿ ਕਿਹੜਾ ਐਸਾ ਸਿਸਟਮ ਆਫ ਟ੍ਰੀਟਮੈਂਟ ਹੈ ਜਿਹੜਾ ਵਾਕਈ ਟ੍ਰੀਟ ਕਰਦਾ ਲੋਕਾਂ ਨੂੰ, ਜਿਹਦੇ 'ਚ ਵਾਕਈ ਦਵਾਈ ਨੂੰ ਲਿਆ ਜਾਵੇ ਔਰ ਦਵਾਈ ਫਿਰ ਹਮੇਸ਼ਾ ਲਈ ਛੁੱਟ ਜਾਵੇ। ਤੇ ਉਹ ਤੇ ਟ੍ਰੀਟਮੈਂਟ ਹੋਇਆ ਨਾ। ਇਹ ਤਾਂ ਕੋਈ ਗੱਲ ਨਹੀਂ ਕਿ ਤੁਸੀਂ ਦਵਾਈ ਲਓ ਤੇ ਫਿਰ ਲੈਂਦੇ ਹੀ ਰਹੋ ਸਾਰੀ ਉਮਰ। ਦੈਟ ਇਜ਼ ਨਾਟ ਅ ਟ੍ਰੀਟਮੈਂਟ, ਉਹ ਤੇ ਬਹਾੜਾ ਹੋਇਆ।
ਤੇ ਪਹਾੜੇ ਜਿਹੜੇ ਉਹ ਤੇ ਇਲਾਜ ਨਹੀਂ ਹੁੰਦੇ। ਇਲਾਜ ਉਹ ਹੁੰਦਾ ਕਿ ਲਈ ਦਵਾਈ ਤੇ ਦਵਾਈ ਛੁੱਟ ਗਈ, ਇਨਕਲੂਡਿੰਗ ਡਾਇਬੀਟੀਜ਼, ਈਵਨ ਸ਼ੂਗਰ ਦੇ ਬਾਰੇ 'ਚ ਅਸੀਂ ਜਦੋਂ ਦਵਾਈ ਦਿੰਦੇ ਹਾਂ ਤੇ ਥੋੜੇ ਹੀ ਅਰਸੇ ਬਾਅਦ ਤੁਹਾਡੀ ਆਪਣੇ ਜਿਸਮਾਨੀ ਜਿਹੜੀ ਚੀਜ਼ਾਂ ਨੇ ਉਹਨੂੰ ਸਪੋਰਟ ਕਰਨੀਆਂ ਸ਼ੁਰੂ ਕਰ ਦਿੰਦੀਆਂ ਨੇ ਔਰ ਤੁਹਾਡੀ ਦਵਾਈ ਰਿਡਿਊਸ ਹੋਣਾ ਸ਼ੁਰੂ ਹੋ ਜਾਂਦੀ ਹੈ। ਇਹ ਤਾਂ ਟ੍ਰੀਟਮੈਂਟ ਹੋਈ ਨਾ। ਇਹ ਕੀ ਹੋਇਆ ਕਿ ਅੱਜ ਤੁਸੀਂ ਇੱਕ ਗੋਲੀ ਤੋਂ ਸ਼ੁਰੂ ਕਰਦੇ ਹੋ, ਕੱਲ ਤੁਹਾਨੂੰ 2 ਸ਼ੁਰੂ ਕਰਨੀਆਂ ਪੈਣੀਆਂ, ਫਿਰ ਤੀਸਰੀ ਤੇ, ਫਿਰ ਚੌਥੀ ਤੇ, ਫਿਰ ਆਖਰਕਾਰ ਤੁਸੀਂ ਇਨਸੂਲਿਨ ਇੰਜੈਕਸ਼ਨ ਤੇ ਚਲੇ ਜਾਂਦੇ ਹੋ। ਇਹ ਤਾਂ ਟ੍ਰੀਟਮੈਂਟ ਨਹੀਂ ਹੈ। ਟ੍ਰੀਟਮੈਂਟ ਹੋਇਆ ਤੁਹਾਡਾ ਪੈਂਕਰੀਆਸ ਠੀਕ ਹੋਵੇ, ਤੁਹਾਡੀ ਡਾਇਬੀਟੀਜ਼ ਠੀਕ ਹੋਵੇ, ਤੁਸੀਂ ਪਰਹੇਜ਼ ਖਤਮ ਕਰੋ, ਤੁਸੀਂ ਉਹ ਖਾਓ ਜੋ ਆਮ ਲੋਕ ਖਾਂਦੇ ਨੇ। ਤੇ ਇਹ ਮੇਰਾ ਐਕਸਪੀਰੀਅੰਸ ਇਹ ਹੋਇਆ ਕਿ ਜਦੋਂ ਮੈਂ ਦੇਖਿਆ ਲੋਕਾਂ ਨੂੰ ਕਿ ਉਹਨਾਂ ਨੂੰ ਸਕੂਨ ਨਹੀਂ ਮਿਲ ਰਿਹਾ ਉਸ ਟ੍ਰੀਟਮੈਂਟ 'ਚ, ਤੇ ਕੋਈ ਐਸਾ ਸਿਸਟਮ ਵੀ ਹੋਏਗਾ ਜਿੱਥੇ ਸਕੂਨ ਮਿਲਦਾ। ਫਿਰ ਮੈਂ ਇਹਦੀ ਖੋਜ ਸ਼ੁਰੂ ਕੀਤੀ ਤੇ ਕੁਝ ਮੇਰਾ ਆਲਰੇਡੀ ਵੀ ਇਹਦੇ ਵੱਲ ਟਿਲਟ ਹੈ ਸੀ, ਅਲਟਰਨੇਟਿਵ ਮੈਡੀਸਨ ਵੱਲ। ਬਚਪਨ ਤੋਂ ਐਵੇਂ ਹੀ ਕੋਈ ਕਿਤਾਬ ਮਿਲ ਜਾਣੀ, ਕੋਈ ਜੜੀ ਬੂਟੀਆਂ ਦੀ, ਕੋਈ ਹਰਬਸ ਦੀ, ਉਹਨੂੰ ਖੋਲ ਕੇ ਪੜ੍ਹਨਾ ਸ਼ੁਰੂ ਕਰ ਦੇਣਾ। ਕੁਆਲੀਫਿਕੇਸ਼ਨ ਹੋਰ ਕਰ ਰਿਹਾ, ਉਹ ਕਿਤਾਬ ਐਵੇਂ ਜਦੋਂ ਲੀਜਰ ਟਾਈਮ ਹੁੰਦਾ ਸੀ ਇੰਜੋਏ ਕਰਨ ਲਈ ਮੈਂ ਉਹ ਕਿਤਾਬ ਪੜ੍ਹਦਾ ਸੀ। ਆਪਣੇ ਤਕੀਏ ਥੱਲੇ ਕਦੀ ਕਦੀ ਰੱਖੀ ਹੁੰਦੀ ਸੀ ਇਹ ਕਿਤਾਬ ਇਸ ਤਰ੍ਹਾਂ। ਤੇ ਮੇਰਾ ਟਿਲਟ ਆਲਰੇਡੀ ਹੈ ਸੀ, ਲੇਕਿਨ ਜਦੋਂ ਮੈਂ ਲੋਕਾਂ ਦੀ ਮਿਜ਼ਰੀਜ਼ ਦੇਖੀਆਂ ਕਿ ਉਧਰ ਟ੍ਰੀਟ ਨਹੀਂ ਹੋ ਰਹੀਆਂ, ਇੱਧਰ ਹੋ ਰਹੀਆਂ, ਫਿਰ ਮੈਂ ਇੱਧਰ ਕਨਵਰਟ ਹੋ ਗਿਆ। ਤੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਡਾਇਬੀਟੀਜ਼, ਸਾਡੀ ਕਮਿਊਨਿਟੀ ਦੇ ਵਿੱਚ ਡਾਇਬੀਟੀਜ਼ ਜਿਹੜੀ ਆ ਬਹੁਤ ਜ਼ਿਆਦਾ ਹੈ ਔਰ ਇਸ ਦੇ ਲਈ ਲੋਕੀ ਬਹੁਤ ਜ਼ਿਆਦਾ ਕਹਿ ਲਓ ਕਿ ਦਵਾਈਆਂ ਵੀ ਖਾਂਦੇ ਹੈਗੇ ਆ। ਤੁਸੀਂ ਦੱਸਿਆ ਕਿ ਇਨਸੂਲਿਨ ਵੀ ਲੈਣ ਲੱਗ ਪੈਂਦੇ ਥੋੜੇ ਸਮੇਂ ਬਾਅਦ, ਤੇ ਤੁਸੀਂ ਦੱਸਿਆ ਕਿ ਇਹਦਾ ਪਰਮਾਨੈਂਟ ਇਲਾਜ ਹੋ ਸਕਦਾ ਹੈ। ਸੋ ਪਰ ਪਹਿਲਾਂ ਅਸੀਂ ਥੋੜਾ ਜਿਹਾ ਇਹਦੇ ਤੇ ਗੱਲ ਕਰਦੇ ਹਾਂ ਡਾਇਬੀਟੀਜ਼ ਤੇ, ਕਿ ਵਾਕਿਆ ਹੀ ਇਹ ਜਿੱਦਾਂ ਕਿ ਅਲਟਰਨੇਟਿਵ ਮੈਡੀਸਨ ਦੇ ਨਾਲ ਇਹਦੇ ਤੋਂ ਅਸੀਂ ਛੁਟਕਾਰਾ ਮੁੱਢ ਤੋਂ ਹੀ ਪਾ ਸਕਦੇ। ਐਕਚੁਅਲੀ ਜਿਹੜੀ ਮੇਰੀ ਰਿਸਰਚ ਸ਼ੁਰੂ ਹੋਣ ਦੀ ਰੀਜ਼ਨ ਸੀ ਉਹ ਡਾਇਬੀਟੀਜ਼ ਹੀ ਸੀ। 19 ਸਾਲ ਪਹਿਲੇ ਕੋਈ ਵਾਕਿਆ ਐਸਾ ਹੋਇਆ ਸੀ ਕਿ ਮੈਂ ਡਾਇਬੀਟੀਜ਼ ਦੀ ਰਿਸਰਚ ਸ਼ੁਰੂ ਕਰ ਦਿੱਤੀ। ਜਦੋਂ ਜਿਵੇਂ ਮੈਂ ਇਹਦੇ 'ਚ ਰਿਸਰਚ ਵੜਦਾ ਗਿਆ ਤੇ ਮੈਨੂੰ ਉਸ ਤਰ੍ਹਾਂ ਮਹਿਸੂਸ ਹੁੰਦਾ ਗਿਆ ਕਿ ਇਹ ਤੇ ਪੂਰਾ ਸਮੁੰਦਰ ਹੈ। ਡਾਇਬੀਟੀਜ਼ ਦੀ ਇੱਕ ਡਿਜ਼ੀਜ਼ ਜਿਹੜੀ ਹੈ ਪੂਰਾ ਸਮੁੰਦਰ ਹੈ। ਪੈਂਕਰੀਆਸ ਨੂੰ ਸਟੱਡੀ ਕੀਤਾ, ਬੀਟਾ ਸੈਲਸ ਕੀ ਹੈ, ਅਲਫਾ ਸੈਲਸ ਕੀ ਨੇ, ਗੈਮਾ ਸੈਲਸ ਕੀ ਨੇ, ਪੈਂਕਰੀਆਸ ਕਿਵੇਂ ਖਰਾਬ ਹੁੰਦਾ ਹੈ, ਕਿਹੜੀਆਂ ਚੀਜ਼ਾਂ ਨੂੰ ਜ਼ਿੰਥਰੋਨਿਕ ਐਸਿਡ ਕਿਵੇਂ ਖਰਾਬ ਕਰਦਾ ਹੈ, ਕਿਹੜੀਆਂ ਚੀਜ਼ਾਂ ਜ਼ਿੰਥਰੋਨਿਕ ਐਸਿਡ ਬਣਾਉਂਦੀਆਂ ਨੇ, ਕਿਹੜੀਆਂ ਚੀਜ਼ਾਂ ਸ਼ੂਗਰ ਦੀ ਵਜ੍ਹਾ ਬਣਦੀਆਂ ਨੇ, ਕਾਰਨ ਬਣਦੀਆਂ ਨੇ। ਜਿਵੇਂ ਇਹਦੇ 'ਚ ਰਿਸਰਚ ਕੀਤੀ ਮੈਨੂੰ ਇਹਦੇ 'ਚ ਬੜੇ ਦਰਵਾਜ਼ੇ ਖੁੱਲ੍ਹਦੇ ਗਏ। ਮੈਂ ਮਹਿਸੂਸ ਕੀਤਾ ਕਿ ਟ੍ਰੈਡੀਸ਼ਨਲ ਸਿਸਟਮ ਆਫ ਟ੍ਰੀਟਮੈਂਟ ਜਿਹੜਾ ਨਾ ਉਹ ਸ਼ਾਇਦ ਇਹਨੂੰ ਠੀਕ ਕਰਨਾ ਨਹੀਂ ਚਾਹੁੰਦਾ। ਇਹ ਬੜੀ ਆਸਾਨ ਹੈ ਠੀਕ ਕਰਨਾ। ਤੁਸੀਂ ਡਾਇਬੀਟੀਜ਼ ਵਾਲੇ ਪੇਸ਼ੈਂਟ ਦੀ ਸਾਰੀਆਂ ਚੀਜ਼ਾਂ ਸੈੱਟ ਕਰ ਦਿਓ, ਲਾਈਕ ਉਹਦੇ ਬ੍ਰੇਨ ਤੋਂ ਲੈ ਕੇ, ਉਹਦੇ ਸਟ੍ਰੈਸ ਤੋਂ ਲੈ ਕੇ, ਉਹਦੇ ਓਵਰਵਰਕ ਤੋਂ ਲੈ ਕੇ, ਉਹਦੀ ਨੀਂਦ ਤੋਂ ਲੈ ਕੇ, ਉਹਦੇ ਸਟਮਕ ਤੱਕ, ਉਹਦੇ ਪੈਰ ਦੀ ਪੇਨ ਤੱਕ, ਉਹਦੀ ਹਰ ਚੀਜ਼ ਸੈੱਟ ਕਰ ਦਿਓ, ਡਾਇਬੀਟੀਜ਼ ਸੈੱਟ ਹੋ ਜਾਂਦੀ। ਫਿਰ ਡਾਇਬੀਟੀਜ਼ ਦੇ ਨਾਲ ਦਵਾਈ ਐਡ ਕਰੋ, ਹੀ ਵਿਲ ਬੀ ਆਲ ਰਾਈਟ। ਹੁਣ ਮੇਰੇ 45,000 ਪਲੱਸ ਪੇਸ਼ੈਂਟਸ ਨੇ ਸਿਰਫ ਡਾਇਬੀਟੀਜ਼ ਦੇ 19 ਸਾਲ 'ਚ। ਜਦੋਂ ਮੈਂ ਆਖਰੀ ਰਿਕਾਰਡ ਚੈੱਕ ਕੀਤਾ ਸੀ ਨਾ ਅੱਜ ਤੋਂ ਕੋਈ 3-4 ਸਾਲ ਪਹਿਲੇ, ਉਦੋਂ 45,000 ਹੋਏ ਸੀ। ਉਹਨਾਂ ਨੂੰ ਕਿਹਾ ਰਿਕਾਰਡ ਰੱਖਣਾ ਬੰਦ ਕਰ ਦਿਓ, ਸਾਡੇ ਕਮਰੇ ਭਰ ਗਏ, ਆਫਿਸ ਭਰ ਗਏ ਰਿਕਾਰਡ ਨਾਲ। ਹੁਣ ਅਸੀਂ ਰਿਕਾਰਡ ਹੀ ਰੱਖਣਾ ਬੰਦ ਕਰ ਦਿੱਤਾ। ਹੁਣ ਤੁਸੀਂ ਦੇਖਿਆ ਹੋਣਾ ਕਿ ਮੈਂ ਫਾਈਲ ਨਾਲ ਹੀ ਪੇਸ਼ੈਂਟ ਨੂੰ ਦੇ ਦਿੰਦਾ, ਇਹ ਤੁਸੀਂ ਲੈ ਜਾਓ ਤੇ ਤੁਸੀਂ ਰੱਖੋ, ਆਪਣੇ ਘਰੇ ਹੀ ਰੱਖੋ ਤੇ ਇਹ ਲਈ ਆਣਾ ਜਦੋਂ ਨੈਕਸਟ ਵਾਪਸ ਆਓ। ਕਈ ਸਾਡੇ ਵਰਗੇ ਹੁੰਦੇ ਜਿਹੜੇ ਕਹਿੰਦੇ ਉਹ ਘਰ ਭੁੱਲ ਗਈ, ਨਵੀਂ ਬਣਾ ਦਿਓ ਨਾ। ਉਹਨਾਂ ਨੂੰ ਮੈਂ ਕਹਿੰਦਾ ਪਿਕਚਰ ਖਿੱਚ ਕੇ ਰੱਖੋ, ਇਹ ਗਵਾਚਣੀ ਨਹੀਂ ਚਾਹੀਦੀ, ਦੁਬਾਰਾ ਨਹੀਂ ਮੈਂ ਟਾਈਮ ਇਹਨਾਂ ਦੇਣਾ ਜੀ। ਤੇ ਜਦੋਂ ਅਸੀਂ ਗੱਲ ਕਰਦੇ ਹਾਂ, ਕਈ ਲੋਕ ਬੜੇ ਵਹਿਮੀ ਹੁੰਦੇ ਆ, ਉਹਨਾਂ ਦੇ ਜਿਹੜਾ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਹਨਾਂ ਨੂੰ ਵਹਿਮ ਹੋ ਜਾਂਦਾ ਕਿ ਮੈਨੂੰ ਆ ਬਿਮਾਰੀ ਹੈ, ਪਰ ਉਹ ਹੁੰਦੀ ਨਹੀਂ ਗੀ। ਪਰ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਵਹਿਮ ਬਹਿ ਜਾਂਦਾ ਹੈ। ਜੇ ਮੈਂ ਗੱਲ ਕਰਾਂ ਕਿ ਮੈਂ ਕਿਸੇ ਨੂੰ ਜਾਣਦੀ ਹਾਂ, ਉਹਨਾਂ ਨੂੰ ਇਹ ਵਹਿਮ ਆ ਕਿ ਉਹਨਾਂ ਦੇ ਸਿਰ ਦੇ ਵਿੱਚ ਕੁਝ ਤੁਰਿਆ ਫਿਰਦਾ ਰਹਿੰਦਾ ਸਾਰਾ ਦਿਨ। ਉਹਨਾਂ ਦੇ ਆਪਣੇ ਦਿਮਾਗ ਦੇ ਵਿੱਚ ਇੱਕ ਵਹਿਮ ਆ ਤੇ ਉਹ ਸਾਰਾ ਦਿਨ ਕਿਸੇ ਨਾ ਕਿਸੇ ਨੂੰ ਕਹਿੰਦੇ ਰਹਿੰਦੇ ਕਿ ਮੇਰੇ ਸਿਰ 'ਚ ਦੇਖੋ ਕੁਝ ਤੁਰ ਰਿਹਾ, ਮੈਨੂੰ ਮਹਿਸੂਸ ਹੋ ਰਿਹਾ। ਉਹ ਕਹਿੰਦੇ ਬਾਲਾਂ ਤੇ ਚੜਿਆ, ਬਾਲਾਂ ਤੋਂ ਲੱਥਾ ਆ। ਤੇ ਪਹਿਲਾਂ ਮੈਨੂੰ ਸੁਣ ਕੇ ਲੱਗਦਾ ਸੀ ਕਿ ਸ਼ਾਇਦ ਜੂਆਂ ਪੈ ਗਈਆਂ ਜਾਂ ਕੁਛ ਹੋ ਗਿਆ, ਪਰ ਜਦੋਂ ਵਹਿਮ ਪੈ ਜਾਂਦਾ ਬੰਦੇ ਨੂੰ ਕਿਸੇ ਬਿਮਾਰੀ ਦਾ, ਉਹਦਾ ਵੀ ਕੋਈ ਇਲਾਜ ਹੈ? ਉਹਦਾ ਤੇ ਸਭ ਤੋਂ ਆਸਾਨ ਇਲਾਜ ਹੈ ਹੋਮਿਓਪੈਥਿਕਸ। ਇੱਕ ਬੜੀ ਅੱਛੀ ਟ੍ਰੀਟਮੈਂਟ ਹੈ ਉਹਦਾ। ਵਹਿਮੀ ਬੰਦੇ ਦੀ ਇੱਕ ਡੋਜ਼ ਪਿਲਾਣੀ ਹੈ ਉਹਨੂੰ ਆਪਣੇ ਕਲੀਨਿਕ ਤੇ ਮੈਂ, ਤੇ ਥੋੜੀ ਦੇਰ ਬਾਅਦ ਉਹਨੂੰ ਚੈੱਕ ਕਰ ਲੈਣਾ। ਵਹਿਮ ਵਾਲੇ ਕਾਫੀ ਮਰੀਜ਼ ਆਉਂਦੇ ਨੇ ਅਤੇ BC 'ਚ ਤੇ ਜ਼ਿਆਦਾ ਨੇ। ਤੇ ਇੱਕ ਉਹ ਲੋਕ ਹੁੰਦੇ ਆ ਜਿਹੜੇ ਇੱਕ ਜਗ੍ਹਾ ਤੋਂ ਟਿਕ ਕੇ ਦਵਾਈ ਨਹੀਂ ਖਾਂਦੇ। ਜਿਵੇਂ ਮੰਨ ਲਓ ਕਿ ਕਿਸੇ ਇੱਕ ਡਾਕਟਰ ਦਾ ਅੱਜ ਉਹਨਾਂ ਨੂੰ ਪਤਾ ਲੱਗ ਗਿਆ ਕਿ ਆਹ ਡਾਕਟਰ ਦੇ ਕੋਲ ਇਹਦੀਆਂ ਗੱਲਾਂ ਬੜੀਆਂ ਚੰਗੀਆਂ, ਇਹ ਡਾਕਟਰ ਦਾਅਵੇ ਕਰ ਰਿਹਾ ਕਿ ਇਹ ਠੀਕ ਕਰ ਦਊਗਾ, ਤੇ ਮੈਂ ਕਿਉਂ ਨਾ ਇਹਦੇ ਜਾ ਕੇ ਦੇਖਾਂ। ਸੋ ਫਿਰ ਉਹ ਨਹੀਂ ਹੁੰਦੇ ਵੀ ਗੋਲੀ ਅੰਦਰ ਦਮ ਜਲੰਧਰ, ਵੀ ਮੈਂ ਖਾ ਲਈ ਫਟਾਫਟ ਨਾਲ ਹੀ ਮੈਨੂੰ ਆਰਾਮ ਆ ਜਾਵੇ। ਸੋ ਇਹ ਦਵਾਈ ਕਿਵੇਂ ਅਸਰ ਕਰਦੀ ਹੈ? ਕਿੰਨਾ ਟਾਈਮ ਲੈ ਕੇ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੀ ਬਿਮਾਰੀ ਠੀਕ ਹੋ ਰਹੀ ਹੈ?
ਇਹ ਡਿਪੈਂਡ ਕਰਦਾ ਹੈ ਬਿਮਾਰੀ ਟੂ ਬਿਮਾਰੀ। ਫੋਰ ਐਗਜ਼ਾਮਪਲ ਪੇਨ ਦੇ ਪੇਸ਼ੈਂਟਸ ਨੇ, ਕੋਈ ਵੀ ਪੇਨ ਹੈ, ਐਨੀ ਪੇਨ, ਈਵਨ ਸਪਾਈਨਲ ਕਾਰਡ ਦੀ ਪੇਨ ਹੈ, ਕੋਈ ਵੀ ਪੇਨ, ਉਹ ਅਗਰ ਸਾਡੇ ਕੋਲ ਆਉਂਦੇ ਨੇ ਤੇ ਮੈਂ ਯੂਜੂਅਲੀ ਕਲੀਨਿਕ ਤੇ ਉਹਨਾਂ ਨੂੰ ਇੱਕ ਡੋਜ਼ ਪਿਲਾਉਣਾ ਔਰ ਜਸਟ 1 ਮਿੰਟ ਬਾਅਦ ਉਹਨਾਂ ਨੂੰ ਪੁੱਛਦਾ ਹਾਂਜੀ ਪੇਨ ਹੈ, ਉਹਨਾਂ ਨੂੰ ਪੇਨ ਨਹੀਂ ਹੁੰਦੀ, ਪੇਨ ਰੁਕ ਜਾਂਦੀ ਹੈ, ਲਿਟਰਲੀ ਰੁਕ ਜਾਂਦੀ ਹੈ, ਇਹ ਸਾਈਕੋਲੋਜੀਕਲ ਨਹੀਂ ਹੈ, ਓਰੀਜਨਲੀ ਰੁਕ ਜਾਂਦੀ ਹੈ। ਜਿਹੜੀ ਹੋਮਿਓਪੈਥਿਕ ਚ ਦਵਾਈ ਹੈ ਪੇਨ ਦੀ, ਉਹ ਐਕਸਟਰਾ ਆਰਡੀਨਰੀ ਹੈ। ਇਹ ਡਿਪੈਂਡ ਕਰਦਾ ਕਿ ਡਿਜ਼ੀਜ਼ ਕੀ ਹੈ। ਜੀ, ਫੋਰ ਐਗਜ਼ਾਮਪਲ ਐਲਰਜੀ ਹੈ। ਸਾਡੇ ਨਾਲ ਇੱਕ ਕਾਲਰ ਆਈ ਡਾਕਟਰ ਸਾਹਿਬ, ਇਹਨਾਂ ਦੀ ਗੱਲ ਸੁਣ ਲਈਏ ਜੀ ਪਹਿਲਾਂ। ਸੁਣੋ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਮਹਿਮਾਨ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇਹਨਾਂ ਨੂੰ ਪੁੱਛਣਾ ਸੀ ਕਿ ਮੇਰਾ ਨਾ ਸਿਰ ਬਹੁਤ ਦੁਖਦਾ ਰਹਿੰਦਾ ਜੀ। ਮੈਨੂੰ ਲੱਗਦਾ ਵੀ ਮੈਂ ਪੰਜਾਬ ਦਾ ਤੇ ਇੱਥੇ ਕੈਨੇਡਾ ਚ ਕੋਈ ਡਾਕਟਰ ਨਹੀਂ ਛੱਡਿਆ ਹੋਣਾ ਜਿੱਥੋਂ ਮੈਂ ਦਵਾਈ ਨਹੀਂ ਲਈ ਜੀ। ਮੇਰੇ ਉਹ ਮਾਈਗ੍ਰੇਨ ਬਹੁਤ ਆ, ਮੈਨੂੰ ਗੋਲੀ ਵੀ ਦਿੱਤੀ ਹੋਈ ਆ ਡਾਕਟਰ ਨੇ, ਫੈਮਿਲੀ ਡਾਕਟਰ ਨੇ, ਪਰ ਉਹ ਇੰਨਾ ਹੁੰਦਾ ਵੀ ਜਦੋਂ ਤਾਂ ਮੈਂ ਖਾ ਲੈਣਾ ਫਿਰ ਤਾਂ 3-4 ਦਿਨ ਠੀਕ ਰਹਿੰਦਾ ਜੀ। ਜਦੋਂ ਵੀ ਸਿਰ ਦੁਖਦਾ ਮੈਨੂੰ ਗੋਲੀ ਖਾਣੀ ਪੈਂਦੀ ਹੈ। ਸੋ ਕਦੇ ਏਦਾਂ ਹੋ ਸਕਦਾ ਵੀ ਮੈਂ ਗੋਲੀ ਨਾ ਖਾਵਾਂ ਤੇ ਮੇਰੇ ਕੁਛ ਥੋੜੀ ਮੋਟੀ ਦਵਾਈ ਖਾਣ ਵਾਲੇ ਖਹਿੜਾ ਛੁੱਟ ਜਾਏ ਮਾਈਗ੍ਰੇਨ ਤੋਂ, ਜਾਂ ਮਾਈਗ੍ਰੇਨ ਇੱਕ ਕੋਈ ਏਦਾਂ ਦੀ ਬਿਮਾਰੀ ਆ ਵੀ ਉਹ ਇਲਾਜ ਆ, ਉਹਦਾ ਕੋਈ ਇਲਾਜ ਨਹੀਂ। ਜਦੋਂ ਸਿਰ ਦੁਖਦਾ ਤਾਂ ਏਦਾਂ ਹੁੰਦਾ ਵੀ ਬਸ ਸਿਰ ਵੱਢ ਕੇ ਕੋਈ ਸੱਟ ਦੇਵੇ, ਇੰਨੀ ਜ਼ਿਆਦਾ ਪੇਨ ਹੁੰਦੀ। ਜਰੂਰ ਜੀ, ਅਸੀਂ ਡਾਕਟਰ ਸਾਹਿਬ ਨੂੰ ਪੁੱਛਦੇ ਹਾਂ, ਤੁਹਾਨੂੰ ਜਵਾਬ ਦਿੰਦੇ ਆ ਜੀ। ਥੈਂਕ ਯੂ ਵੈਰੀ ਮਚ ਤੁਹਾਡਾ ਕਾਲ ਕਰਨ ਲਈ। ਥੈਂਕ ਯੂ ਜੀ। ਜੀ ਸੋ ਡਾਕਟਰ ਸਾਹਿਬ, ਇਹ ਵੀ ਬਹੁਤ ਵੱਡੀ ਇੱਕ ਬਿਮਾਰੀ ਆ ਕਿ ਮਾਈਗ੍ਰੇਨ ਬਹੁਤ ਲੋਕਾਂ ਕੋਲੋਂ ਮੈਂ ਸੁਣਿਆ, ਇੱਕ ਕੋ ਦੋ ਕੋ ਨਹੀਂ, ਪਰ ਲੱਕਲੀ ਮੈਂ ਠੀਕ ਆ, ਮੇਰੀ ਮਾਈਗ੍ਰੇਨ ਠੀਕ ਹੋ ਗਈ। ਸੋ ਥੈਂਕ ਯੂ ਵੈਰੀ ਮਚ। ਪਰ ਕੀ ਇਹਦਾ ਕੋਈ ਪਰਮਾਨੈਂਟ ਸੋਲੂਸ਼ਨ ਹੈ? ਬੜਾ ਆਸਾਨ ਹੈ ਜੀ। ਹੋਮਿਓਪੈਥਿਕਸ ਤੇ ਸਾਰੀਆਂ ਚੀਜ਼ਾਂ ਦਾ ਇਲਾਜ ਹੈ ਵੇ। ਇਹ ਜਿਹੜੇ ਦੋਸਤ ਨੂੰ ਮਾਈਗ੍ਰੇਨ ਦਾ ਪ੍ਰੋਬਲਮ ਹੈ, ਮੇਰੇ ਪੇਜ ਤੇ ਜਾਣ, ਕੈਨੇਡੀਅਨ ਹੋਮਿਓਪੈਥਿਕ ਕਲੀਨਿਕ ਦਾ ਪੇਜ ਹੈ, ਉਹਦੇ ਤੇ ਜਾ ਕੇ ਜਸਟ ਨੀਚੇ ਸਕਰੋਲ ਆਊਟ ਕਰਨ ਤੇ ਕੋਈ ਇੱਕ ਪੋਸਟ ਮਿਲੇਗੀ ਇਹਨਾਂ ਨੂੰ ਮਾਈਗ੍ਰੇਨ ਦੇ ਬਾਰੇ 'ਚ। ਉਹ ਪੂਰੀ ਮਾਈਗ੍ਰੇਨ ਦੇ ਬਾਰੇ ਡਿਟੇਲ ਉੱਥੇ ਲਿਖੀ ਹੋਈ ਹੈ। ਤੇ ਮੇਰਾ ਖਿਆਲ ਹੈ ਸ਼ਾਇਦ ਦਵਾਈ ਵੀ ਮੈਂ ਉੱਥੇ ਹੋਮਿਓਪੈਥਿਕ ਦੀ ਲਿਖੀ ਹੋਈ ਹੈ। ਅਗਰ ਉਹ ਦਵਾਈ ਲੈ ਲੈਣ ਤੇ ਵੈਸੇ ਠੀਕ ਹੋ ਜਾਣਗੇ। ਅਗਰ ਦਵਾਈ ਨਾ ਇਹਨਾਂ ਨੂੰ ਲੱਭੇ ਤੇ ਮੇਰੇ ਕੋਲ ਕਲੀਨਿਕ ਤੇ ਚੱਕਰ ਲਾ ਲੈਣ ਤੇ ਮਾਈਗ੍ਰੇਨ ਨਹੀਂ ਰਹਿੰਦਾ ਜੀ। ਬਹੁਤ ਸਾਰੇ ਮਾਈਗ੍ਰੇਨ ਦੇ ਤੁਹਾਨੂੰ ਪਤਾ ਹੀ ਹੈ ਕਿੰਨੇ ਮਰੀਜ਼ ਸਾਡੇ ਕੋਲ ਆਉਂਦੇ ਨੇ ਜੀ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਈ ਲੋਕਾਂ ਨੂੰ ਸਟ੍ਰੈਸ ਦੀ ਬਹੁਤ ਬਿਮਾਰੀ ਆ, ਉਹ ਮੇਨ ਹੈ ਇੱਥੇ। ਅਸੀਂ ਜਦੋਂ ਕਿਹਾ ਕਿ ਡਾਇਬੀਟੀਜ਼ ਦੀ ਆ, ਪਰ ਸਾਡੇ ਨਾਲ ਇੱਕ ਹੋਰ ਕਾਲਰ ਨੇ ਜੀ। ਪਹਿਲਾਂ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਡਾਕਟਰ ਸਾਹਿਬ ਨੂੰ ਕੁਐਸਚਨ ਪੁੱਛਣਾ ਸੀ ਇੱਕ ਜੀ। ਹਾਂਜੀ, ਪੁੱਛਣਾ ਸੀ ਕਿ ਮੇਰੇ ਸਮਰ 'ਚ ਪ੍ਰੋਬਲਮ ਹੈ, ਪੈਰਾਂ ਦੀ, ਪੈਰ ਸੁੱਜ ਜਾਂਦੇ ਆ ਬਹੁਤ ਜ਼ਿਆਦਾ। ਸਮਰ 'ਚ ਜਾਂ ਸਿਰਫ? ਹਾਂਜੀ, ਵਿੰਟਰਸ 'ਚ ਨਹੀਂ ਕੋਈ ਪ੍ਰੋਬਲਮ। ਯੂਰਿਕ ਐਸਿਡ ਚੈੱਕ ਕਰਵਾਇਆ ਤੁਸੀਂ ਆਪਣਾ? ਹਾਂਜੀ, ਤੁਸੀਂ ਆਪਣਾ ਯੂਰਿਕ ਐਸਿਡ ਚੈੱਕ ਕਰਵਾਇਆ ਕਦੇ? ਹਾਂਜੀ, ਸਾਰਾ ਕੁਝ ਚੈੱਕ ਕਰਾਇਆ। ਯੂਰਿਕ ਐਸਿਡ ਦੀ ਕੀ ਰੀਡਿੰਗ ਰਹਿੰਦੀ ਹੈ ਤੁਹਾਡੀ? 1.5 ਮਹੀਨਾ ਪਹਿਲਾਂ ਹੀ ਸਾਰੀਆਂ ਪ੍ਰੋਬਲਮਸ ਚੈੱਕ ਕਰਵਾਈਆਂ, ਸਿਰਫ ਇੱਕ B12 ਲੋ ਦੱਸਿਆ ਸੀ ਡਾਕਟਰ ਨੇ, ਬਾਕੀ ਸਾਰਾ ਕੁਝ ਠੀਕ ਹੈ ਜੀ। ਕਿਉਂਕਿ ਮੈਨੂੰ ਆਰਥਰਾਈਟਿਸ ਦੀ ਥੋੜੀ ਪ੍ਰੋਬਲਮ ਸੀ ਤੇ ਫਿਰ ਡਾਕਟਰ ਨੇ ਸਾਰੇ ਹੀ ਟੈਸਟ ਲਿਖਵਾਏ ਸੀ ਜੀ, ਤੇ ਉਹ ਸਾਰਾ ਕੁਝ ਠੀਕ ਹੈ ਜੀ। ਜਰੂਰ ਤੁਹਾਨੂੰ ਦੱਸਦੇ ਆ ਜੀ, ਤੁਸੀਂ ਪ੍ਰੋਗਰਾਮ ਸੁਣਦੇ ਰਹੋ ਜੀ। ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ ਵੈਰੀ ਮਚ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ। ਅਸੀਂ ਯੂਐਸ ਤੋਂ ਬੋਲ ਰਹੇ ਹਾਂ। ਹਾਂਜੀ ਹਾਂਜੀ, ਡਾਕਟਰ ਸਾਹਿਬ ਨੇ ਕੁਐਸਚਨ ਪੁੱਛਣਾ ਸੀਗਾ ਜੀ। ਮੇਰੇ ਨਾਲ ਥੋੜੇ ਵਾਈਫ ਨੂੰ ਫ੍ਰੀਕੁਐਂਟ ਯੂਰੀਨੇਸ਼ਨ ਦੀ ਪ੍ਰੋਬਲਮ ਸੀਗੀ ਤੇ ਪਹਿਲਾਂ ਅਸੀਂ ਕੈਂਸਰਿਸ ਲਈ ਸੀਗੀ 200 ਜੀ। ਫਿਰ ਅਸੀਂ ਕੈਂਸਰਿਸ 1M ਤੇ ਚਲੇ ਗਏ ਜੀ। ਉਹ ਕਿੰਨੇ ਦਿਨ ਤੱਕ ਲੈਣੀ ਹੁੰਦੀ ਹੈ, ਕੁਝ ਦੱਸ ਸਕਦੇ ਆਈਡੀਆ? ਕਿਉਂਕਿ ਅਸੀਂ ਇੰਡੀਆ ਦੇ ਡਾਕਟਰ ਨਾਲ ਕੰਸਲਟ ਕੀਤਾ ਸੀ, ਪਰ ਉਹ ਕੋਵਿਡ ਕਰਕੇ ਉਹਨਾਂ ਨਾਲ ਸਾਡਾ ਕੰਟੈਕਟ ਨਹੀਂ ਹੋ ਪਾ ਰਿਹਾ ਰੀਸੈਂਟਲੀ। ਕੈਂਥਰਸ ਐਕਸੈਸਿਵ ਯੂਰੀਨੇਸ਼ਨ ਦੀ ਦਵਾਈ ਨਹੀਂ ਹੁੰਦੀ। ਕੈਂਥਰਸ ਸਿਰਫ ਜਲਨ ਹੋਏ ਅਗਰ ਯੂਰਿਨ ਚ ਤੇ ਉਹਦੀ ਦਵਾਈ ਹੈ ਜੀ। ਐਕਸੈਸਿਵ ਯੂਰੀਨੇਸ਼ਨ ਦੀ ਹੋਰ ਦਵਾਈ ਹੈ, ਉਹ ਤੁਹਾਨੂੰ ਅਸੀਂ ਦੱਸਦੇ ਹਾਂ ਜੀ। ਥੈਂਕ ਯੂ ਜੀ ਤੁਹਾਡਾ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਡਾਕਟਰ ਸਾਹਿਬ ਨਾਲ ਗੱਲ ਕਰਨੀ ਸੀ। ਹਾਂਜੀ, ਸੁਣਦੇ ਆ ਜੀ। ਤੁਹਾਨੂੰ ਕੀ ਕਹੋਗੇ ਤੁਸੀਂ ਜੀ? ਹੈਲੋ। ਮੇਰੇ ਖਿਆਲ ਦੇ ਵਿੱਚ ਜਦ ਤੁਸੀਂ ਸਾਨੂੰ ਫੋਨ ਕਰਦੇ ਹੁੰਦੇ ਆ ਤੇ ਪਲੀਜ਼ ਤੁਸੀਂ ਆਪਣੇ ਟੀਵੀ ਸੈੱਟ ਦੀ ਆਵਾਜ਼ ਘੱਟ ਰੱਖਿਆ ਕਰੋ, ਕਿਉਂਕਿ ਕਈ ਵਾਰੀ ਤੁਹਾਡੀ ਆਪਣੀ ਆਵਾਜ਼ ਤੁਸੀਂ ਸੁਣਨ ਦੀ ਕੋਸ਼ਿਸ਼ ਕਰਦੇ ਆ, ਪਰ ਕੁਝ ਸਮੇਂ ਦੇ ਲਈ, ਕੁਝ ਸੈਕਿੰਡਸ ਦੇ ਲਈ ਇਹ ਡਿਲੇ ਹੁੰਦਾ ਆ। ਸੋ ਤੁਸੀਂ ਪਹਿਲਾਂ ਸਾਡੇ ਨਾਲ ਗੱਲ ਕਰਿਆ ਕਰੋ, ਮੁੜ ਤੋਂ ਸਾਨੂੰ ਕਾਲ ਕਰ ਸਕਦੇ ਹੋ। ਸੋ ਡਾਕਟਰ ਸਾਹਿਬ, ਸਾਡੇ ਨਾਲ ਕਾਲਰ ਜਿਨ੍ਹਾਂ ਨੇ ਇੱਕ ਸਵਾਲ ਕੀਤਾ ਸੀ ਯੂਰਿਕ ਐਸਿਡ ਦੇ ਬਾਰੇ, ਉਹਨਾਂ ਨੇ ਇੱਕ ਗੱਲ ਕੀਤੀ ਸੀ ਤੇ ਇੱਕ ਭੈਣ ਜੀ ਉਹਨਾਂ ਨੇ ਕਿਹਾ ਸੀ ਕਿ ਸਮਰ ਦੇ ਵਿੱਚ ਉਹਨਾਂ ਦੇ ਪੈਰ ਸੁੱਜਦੇ ਆ। ਸੋ ਪਹਿਲਾਂ ਉਹ ਭੈਣ ਜੀ ਉਹਨਾਂ ਦੇ ਸਵਾਲ ਦਾ ਜਵਾਬ ਦੇਵਾਂਗੇ। ਉਹ ਜਿਹੜੇ ਸਮਰ 'ਚ ਪੈਰ ਸੁੱਜਦੇ ਆ ਨਾ, ਉਹ ਯਕੀਨਨ ਸਮਰ 'ਚ ਉਹਨਾਂ ਦੇ ਜਿਸਮ 'ਚ ਡੀਹਾਈਡਰੇਸ਼ਨ ਹੋ ਜਾਂਦੀ, ਪਾਣੀ ਘੱਟ ਪੀਂਦੇ ਨੇ ਉਹ ਜੀ। ਉਹਨਾਂ ਨੂੰ ਕੋਈ ਇੱਕ ਤੇ 8 ਗਲਾਸ ਪਾਣੀ ਦੇ ਪੂਰੇ ਕਰਨ ਜੀ। ਔਰ ਉਹਨਾਂ ਦੇ ਕਿਡਨੀਜ਼ ਦੇ ਅਰਾਊਂਡ ਪ੍ਰੋਟੀਨਸ ਇਕੱਠੇ ਹੋ ਜਾਂਦੇ ਨੇ ਘੱਟ ਪਾਣੀ ਹੋਣ ਦੀ ਵਜ੍ਹਾ ਤੋਂ।
ਪਾਣੀ ਨੂੰ ਥੋੜਾ ਜਿਹਾ ਐਕਸੈਸ ਕਰਨ, ਮੇਰਾ ਖਿਆਲ ਹੈ ਪੈਰ ਸੁੱਜਣੋਂ ਰੁਕ ਜਾਣਗੇ। ਦੂਸਰਾ, ਉਹ ਆਪਣੇ ਯੂਰਿਕ ਐਸਿਡ ਦੀ ਰੀਡਿੰਗ ਇੱਕ ਵਾਰੀ ਦੁਬਾਰਾ ਤੋਂ ਚੈੱਕ ਕਰਨ, ਉਹ ਹਾਫ ਆਫ ਦਾ ਬਾਰਡਰ ਲਾਈਨ ਹੋਣੀ ਚਾਹੀਦੀ ਹੈ ਨਾਰਮਲ ਰੱਖਣ ਲਈ। ਜੀ ਅਗਰ ਉਹ ਹਾਫ ਆਫ ਦਾ ਬਾਰਡਰ ਲਾਈਨ ਤੋਂ ਉੱਪਰ ਹੈ ਤੇ ਫਿਰ ਉਹਨਾਂ ਨੂੰ ਯੂਰਿਕ ਐਸਿਡ ਦੀ ਇਹ ਵਾਲੀ ਸੇਮ ਪੈਰਾਂ ਵਾਲੀ ਪ੍ਰੋਬਲਮ ਆ ਸਕਦੀ ਹੈ, ਉਹਨਾਂ ਦੇ ਘੁਟਨਿਆਂ 'ਚ ਵੀ ਪੇਨ ਹੁੰਦੀ ਹੋਏਗੀ ਜੀ ਔਰ ਅਗਰ ਫਿਰ ਵੀ ਆਰਾਮ ਨਾ ਆਏ ਤੇ ਫਿਰ ਸਾਡੇ ਕੋਲ ਆ ਜਾਓ। ਜੀ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਹਾਂਜੀ, ਮੇਰੀ ਨਾ ਨੱਕ ਦੀ ਪ੍ਰੋਬਲਮ ਹੈ ਥੋੜੀ। ਹਾਂਜੀ ਉਹ ਜਿੱਦਾਂ ਮੇਰੀ ਨੱਕ ਨਾ ਬੰਦ ਹੋ ਜਾਂਦੀ ਹੈ ਇਦਾਂ ਰਾਤ ਨੂੰ, ਰੇਸ਼ਾ Stuffy ਵਗੈਰਾ nose। ਪੈਂਦਾ ਰਹਿੰਦਾ ਇਦਾਂ ਜੀ। ਲੰਮੇ ਪੈਣ ਲੱਗੀ ਜੀ ਤਾਂ। ਹਾਂਜੀ, ਉਹ ਥੋੜਾ ਜਿੱਦਾਂ ਬਾਰ-ਬਾਰ ਮੈਨੂੰ ਉੱਠਣਾ ਪੈਂਦਾ ਹੈ ਕੱਢਣ ਲਈ, ਤਾਂ ਉਹਦੀ ਮੈਨੂੰ ਪ੍ਰੋਬਲਮ ਹੈ ਥੋੜੀ ਨੱਕ ਦੀ, ਇਦਾਂ ਸਹੀ ਨਹੀਂ ਹੁੰਦੀ ਮੇਰੀ। ਬਿਲਕੁਲ ਜੀ, ਡਾਕਟਰ ਸਾਹਿਬ ਤੁਹਾਨੂੰ ਜਵਾਬ ਦਿੰਦੇ ਆ, ਤੁਸੀਂ ਟੀਵੀ ਸੁਣਦੇ ਰਹੋ ਜੀ। ਓਕੇ, ਥੈਂਕ ਯੂ ਜੀ, ਥੈਂਕ ਯੂ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੱਲ ਸੁਣੋ, ਮੈਨੂੰ ਪੇਟ ਦੀ ਬਿਮਾਰੀ ਦੀ ਹੋਲ, ਜੀ ਕੀ ਕਹਿ ਰਹੇ ਹੋ ਤੁਸੀਂ? ਪੇਟ ਦੀ ਬਿਮਾਰੀ ਬਹੁਤ ਜ਼ਿਆਦਾ ਹੈ ਮੈਨੂੰ। ਜੀ ਪੇਟ ਦੀ ਬਿਮਾਰੀ। ਤੁਸੀਂ ਸਾਡੇ ਕਲੀਨਿਕ ਤੇ ਟਾਈਮ ਲੈ ਕੇ ਆ ਜਾਓ ਜੀ, ਤੁਹਾਨੂੰ ਅਸੀਂ ਅੱਛੀ ਤਰ੍ਹਾਂ ਚੈੱਕ ਕਰ ਲੈਂਦੇ ਹਾਂ ਕਿ ਪੇਟ ਦੀ ਕੀ ਬਿਮਾਰੀ ਹੈ, ਐਚ ਪਾਇਲੋਰੀ ਹੈ, ਡਾਈਜੈਸ਼ਨ ਹੈ ਜਾਂ ਕੋਈ ਹੋਰ ਹੈ। ਜੀ ਬਿਲਕੁਲ ਜੀ, ਸਾਡੇ ਨਾਲ ਇਹਨਾਂ ਨੇ ਪੇਟ ਦੇ ਰਿਲੇਟਡ ਆਪਣੀ ਗੱਲ ਕੀਤੀ ਹੈ, ਸੋ ਜਰੂਰ ਤੁਸੀਂ ਤੁਹਾਡੀ ਕਲੀਨਿਕ ਤੇ ਆ ਕੇ ਤੁਹਾਨੂੰ ਮਿਲ ਸਕਦੇ ਆ। ਕਈ ਵਾਰੀ ਕੁਝ ਇਹੋ ਜਿਹਾ ਹੁੰਦਾ ਕਿ ਜ਼ਿਆਦਾ ਟੂ ਪਰਸਨਲ ਹੁੰਦਾ, ਅਸੀਂ ਨਹੀਂ ਡਿਸਕਸ ਕਰ ਸਕਦੇ ਹੁੰਦੇ, ਪਰ ਇੱਕ ਜਿੱਦਾਂ ਉਹਨਾਂ ਨੇ ਗੱਲ ਕੀਤੀ ਕਿ ਉਹਨਾਂ ਦਾ ਸਟਫੀ ਨੋਜ਼ ਰਹਿੰਦਾ ਹੈਗਾ, ਕਿ ਸਾਹ ਆਉਣ ਦੇ ਵਿੱਚ ਜਿੱਦਾਂ ਤਕਲੀਫ ਜੀ ਹੁੰਦੀ, ਕਈਆਂ ਨੂੰ ਸੁੱਤਿਆਂ ਪਿਆਂ ਨੂੰ ਇਦਾਂ ਲੱਗਣ ਲੱਗ ਪੈਂਦਾ ਹੁੰਦਾ। ਉਹਦੀਆਂ ਦੋ ਰੀਜ਼ਨਸ ਹੋ ਸਕਦੀਆਂ ਨੇ, ਇੱਕ ਤੇ ਪੋਲਿਪਸ ਹੋ ਸਕਦੇ ਨੇ, ਯਾਨੀ ਗਦੂਦ ਵੱਧ ਜਾਂਦਾ ਨੱਕ 'ਚ ਜਾਂ ਨੱਕ ਦੀ ਹੱਡੀ ਟੇੜੀ ਹੋ ਜਾਂਦੀ ਹੈ, ਉਹਦੇ ਨਾਲ ਰਾਤ ਨੂੰ ਇਹ ਅਕਸਰ ਪ੍ਰੋਬਲਮ ਹੁੰਦਾ ਹੈ। ਹੋਮਿਓਪੈਥਿਕ 'ਚ ਬੜੀ ਆਸਾਨ ਇੱਕ ਇਹਦੀ ਦਵਾਈ ਹੈ, ਪਲਸਾਟੀਲਾ। ਪਲਸਾਟੀਲਾ 200, ਉਹਦੇ 5 ਡ੍ਰੌਪ ਸਵੇਰ ਸ਼ਾਮ ਲੈ ਲਿਆ ਕਰਨ, ਪਲੱਸ ਇੱਕ ਦਵਾਈ ਹੈ ਨੈਟਰਮ ਮਿਓਰ 30, ਜੀ ਉਹਦੇ 10 ਡ੍ਰੌਪਸ 3 ਟਾਈਮਸ ਦਿਨ 'ਚ ਲੈ ਲਿਆ ਕਰਨ ਤੇ ਮੇਰਾ ਖਿਆਲ ਠੀਕ ਹੋ ਜਾਏਗਾ। ਅਗਰ ਫਿਰ ਵੀ ਨਾ ਠੀਕ ਹੋਣ ਜਾਂ ਉਸ ਤੋਂ ਪਹਿਲੇ ਸਾਡੇ ਕੋਲ ਆਉਣਾ ਚਾਹਣ ਤੇ ਇਹਨਾਂ ਨੂੰ ਟ੍ਰੀਟ ਤੇ ਇੱਕ ਸਾਨੂੰ ਯੂਐਸਏ ਤੋਂ ਕਾਲ ਆਈ ਸੀ, ਉਹਨਾਂ ਨੇ ਯੂਰਿਕ ਐਸਿਡ ਦੀ ਗੱਲ ਕੀਤੀ ਸੀ ਉਹਨਾਂ ਨੇ। ਹਾਂਜੀ, ਉਹਨਾਂ ਦੇ ਉਹ ਪੈਰ ਸੁੱਜਦੇ ਨੇ ਸਮਰ 'ਚ ਪਾਣੀ ਘੱਟ ਹੋਣ ਦੀ ਵਜ੍ਹਾ ਤੋਂ। ਜਦੋਂ ਪਾਣੀ ਘੱਟ ਪੀਂਦੇ ਹੋ ਤੇ ਕਿਡਨੀਜ਼ ਨੂੰ ਜ਼ਿਆਦਾ ਪ੍ਰੈਸ਼ਰ ਨਾਲ ਕੰਮ ਕਰਨਾ ਪੈਂਦਾ, ਉੱਥੇ ਪ੍ਰੋਟੀਨਸ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ ਜਾਂ ਯੂਰਿਕ ਐਸਿਡ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ, ਔਰ ਯੂਰਿਕ ਐਸਿਡ ਹਾਫ ਆਫ ਦਾ ਬਾਰਡਰ ਲਾਈਨ ਰੱਖਣਾ ਚਾਹੀਦਾ ਹੈ। ਜਦੋਂ ਇਹ ਹਾਫ ਤੋਂ ਉੱਪਰ ਹੁੰਦਾ ਹੈ ਤੇ ਇਹ ਪੈਰ ਤੇ ਸਵੈਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਜ਼ਿਆਦਾ ਦੇਰ ਲਟਕਾ ਕੇ ਰੱਖਣਗੇ ਪੈਰ, ਉਹਨਾਂ ਦੇ ਪੈਰਾਂ ਤੇ ਸਵੈਲਿੰਗ ਹੋਏਗੀ। ਜੀ ਸਾਡੇ ਨਾਲ ਇੱਕ ਹੋਰ ਕਾਲਰ ਨੇ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਨੂੰ ਮੈਂ ਡਾਕਟਰ ਸਾਹਿਬ ਨਾਲ ਗੱਲ ਕਰਦੀ ਹਾਂ ਜੀ। ਹਾਂਜੀ ਸੁਣਦੇ ਆ ਜੀ, ਤੁਹਾਨੂੰ ਕੀ ਕਹਿਣਾ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਜੀ। ਹਾਂਜੀ, ਮੈਨੂੰ ਪੇਟ ਦੀ ਬਿਮਾਰੀ ਜੀ ਸਾਰੀ ਜ਼ਿੰਦਗੀ ਦੀ ਆ। ਕੋਈ ਡਾਕਟਰ ਕਹਿੰਦਾ ਕੋਲਾਈਟਿਸ ਆ, ਪਰ ਮੇਰੇ ਪੇਟ ਵਿੱਚ ਬਹੁਤ ਦਰਦ, ਗੈਸ, ਇਹੋ ਜਿਹੀਆਂ ਤਕਲੀਫਾਂ ਬਹੁਤ ਰਹਿੰਦੀਆਂ ਨੇ। ਨੰਬਰ ਲੈ ਕੇ ਕਲੀਨਿਕ ਜੀ ਤੇ ਆ ਜਾਓ। ਤੁਸੀਂ ਡਾਕਟਰ ਸਾਹਿਬ ਦਾ ਨੰਬਰ ਲੈ ਕੇ ਤੇ ਤੁਸੀਂ ਇਹਨਾਂ ਨੂੰ ਕਲੀਨਿਕ 'ਚ ਜਾ ਕੇ ਮਿਲ ਸਕਦੇ ਆ ਜੀ। ਇੱਥੇ ਵਾਈਟ ਰੌਕ 'ਚ ਇਹਨਾਂ ਦਾ ਕਲੀਨਿਕ ਆ, ਬਾਹਲੀ ਦੂਰ ਨੀਗਾ, ਤੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਜਾਂ ਫੋਨ ਤੇ ਇਹਨਾਂ ਦੇ ਨਾਲ ਡਿਸਕਸ ਕਰ ਸਕਦੇ ਹੋ ਜੀ। ਫੋਨ ਕਿਹੜਾ ਵਾ? ਅਸੀਂ ਫੋਨ ਜ਼ਰੂਰ ਰਿਪੀਟ ਕਰਦੇ ਆ ਜੀ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਸੁਣਦੇ ਰਹੋ, ਫਿਰ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਜੀ। ਅੱਛਾ ਜੀ, ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ। ਇੱਕ ਯੂਐਸਏ ਤੋਂ ਹੋਰ ਕਾਲ ਆਈ ਸੀ, ਉਹ ਕਹਿੰਦੇ ਸੀ ਕਿ ਮੈਡੀਸਨ ਲੈ ਰਹੇ ਆ ਉਹਨਾਂ ਦੀ ਵਾਈਫ, ਕੁਝ ਮੈਡੀਸਨ ਦੀ ਗੱਲ ਕੀਤੀ ਸੀ, ਤੁਸੀਂ ਕਹਿੰਦੇ ਸੀ ਕਿ ਉਹ ਮੈਡੀਸਨ ਨਹੀਂ ਹੁੰਦੀ। ਹਾਂ, ਯੂਰਿਕ ਉਹ ਐਸਿਡ ਦੀ ਐਕਸੈਸਿਵ ਯੂਰਿਨ ਦੀ ਗੱਲ ਸੀਗੀ ਜੀ। ਉਹ ਐਕਸੈਸਿਵ ਯੂਰਿਨ ਜਿਹੜਾ ਹੈ ਉਹ ਕੈਂਥਰਸ ਉਹਦੀ ਦਵਾਈ ਨਹੀਂ ਹੁੰਦੀ ਉਹ ਜਿਹੜੀ ਲੈ ਰਹੇ ਨੇ। ਕੈਂਥਰਸ ਹੁੰਦੀ ਹੈ ਜਦੋਂ ਯੂਰਿਨ 'ਚ ਜਲਨ ਹੁੰਦੀ ਹੈ, ਐਸਿਡਿਕ ਫੀਲਿੰਗ ਹੁੰਦੀ ਹੈ, ਉਹ ਉਹਦੀ ਕੈਂਥਰਸ ਹੁੰਦੀ ਹੈ। ਲੇਕਿਨ ਅਗਰ ਐਕਸੈਸਿਵ ਯੂਰੀਨੇਸ਼ਨ ਹੋਏ ਤਾਂ ਉਹਦੀ ਦਵਾਈ ਹੁੰਦੀ ਹੈ ਕੌਸਟਿਕਮ। ਕੌਸਟਿਕਮ 1 ml ਔਰ ਇਕੁਇਜ਼ਿਟਮ 200। ਇਹ ਨੋਟ ਕਰ ਲੈਣਾ ਦੋਨੋਂ ਦਵਾਈਆਂ, ਕੌਸਟਿਕਮ 1 ml, ਇਕੁਇਜ਼ਿਟਮ 200। ਇਹ ਬਾਰੀ ਦਿਨ 'ਚ ਇੱਕ ਦਫਾ ਇਹ ਦੋਨੋਂ ਦਵਾਈਆਂ ਉਹ ਲੈ ਲਿਆ ਕਰਨ, ਕੋਈ ਹਫਤਾ 10 ਦਿਨ ਲੈ ਲੈਣ। ਜੀ। ਤੇ ਬਹੁਤੇ ਲੋਕਾਂ ਨੂੰ ਸਟ੍ਰੈਸ ਦੀ ਗੱਲ ਹੈਗੀ ਆ। ਬਹੁਤੇ ਲੋਕ ਅੱਜ ਕੱਲ, ਜਿਵੇਂ ਹੁਣ ਕੋਵਿਡ-19 ਦੀ ਗੱਲ ਕਰੀਏ, ਲੋਕਾਂ ਦੇ ਕੰਮਕਾਰ ਘਟ ਗਏ ਆ, ਹੋ ਰਿਹਾ, ਜਿਹਨੂੰ ਹਰ ਸੈਕਿੰਡ ਪਰਸਨ ਨੂੰ ਦੇਖੋ ਸਟ੍ਰੈਸ ਆ, ਹਰ ਸੈਕਿੰਡ ਪਰਸਨ ਨੂੰ ਸਟ੍ਰੈਸ ਆ। ਸੋ ਇਹਦਾ ਕੀ ਇਲਾਜ ਹੈਗਾ ਹੈ? ਸਟ੍ਰੈਸ ਦਾ ਇਲਾਜ ਵੀ ਹੋਮਿਓਪੈਥਿਕ 'ਚ ਬੜਾ ਅੱਛਾ ਹੈਗਾ। ਸਟ੍ਰੈਸ ਉਦੋਂ ਹੁੰਦਾ ਹੈ ਜਦੋਂ ਤੁਸੀਂ ਐਕਸੈਸਿਵ ਵਰਕ ਕਰਦੇ ਹੋ, ਤੁਹਾਡੀ ਫੂਡ ਅੱਛੀ ਨਹੀਂ ਹੈ, ਤੁਹਾਡੀ ਡਾਈਟ ਅੱਛੀ ਦੇ ਨਾਲ ਤੁਹਾਡੀ ਵਾਕ ਵੀ ਅੱਛੀ ਨਹੀਂ ਹੈ, ਤੁਹਾਡੀ ਐਕਸਰਸਾਈਜ਼ ਨਹੀਂ ਹੈ, ਉਦੋਂ ਤੁਹਾਨੂੰ ਮੁਖਤਲਿਫ ਚੀਜ਼ਾਂ ਸਟ੍ਰੈਸ ਦੇਣਾ ਸ਼ੁਰੂ ਕਰ ਦਿੰਦੀਆਂ। ਕੁਝ ਅਰਸੇ ਬਾਅਦ, ਏਜ ਤੋਂ ਬਾਅਦ ਵੀ ਇਹ ਫੈਕਟਰ ਹੈ
ਕਿ ਤੁਹਾਨੂੰ ਸਟ੍ਰੈਸ ਜ਼ਿਆਦਾ ਫੀਲ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਦੇਖੋ ਛੋਟੇ ਬੱਚਿਆਂ ਨੂੰ ਸਟ੍ਰੈਸ ਨਹੀਂ ਹੁੰਦਾ, ਬੱਚੇ ਨੂੰ ਤੁਸੀਂ ਥੱਪੜ ਵੀ ਲਗਾ ਦਿਓ ਤੇ ਥੋੜੀ ਦੇਰ ਬਾਅਦ ਫਿਰ ਹੱਸਣਾ ਸ਼ੁਰੂ ਹੋ ਰਿਹਾ, ਉੱਥੇ ਹੀ ਖੇਲ ਰਿਹਾ ਹੁੰਦਾ। ਸਾਡੇ ਕੋਲ ਇੱਕ ਐਸੀ ਦਵਾਈ ਹੈ ਜਿਹੜੇ ਮਸਲਸ ਨੂੰ ਇੰਨਾ ਰਿਜੂਵੀਨੇਟ ਕਰ ਦਿੰਦੀ ਹੈ, ਇੰਨਾ ਉਸ ਬੱਚੇ ਤਰ੍ਹਾਂ ਕਰ ਦਿੰਦੀ ਹੈ ਕਿ ਤੁਹਾਨੂੰ ਸਟ੍ਰੈਸ ਫੀਲ ਹੀ ਨਹੀਂ ਹੁੰਦਾ। ਆ ਜਾਓ ਸਾਡੇ ਕੋਲ, ਤੁਹਾਨੂੰ ਦੇ ਦਿਆਂਗੇ। ਜਿਹੜੀ ਹਰ ਇੱਕ ਮਰੀਜ਼ ਦੀ ਦਵਾ ਹੈ ਸਾਡੇ ਹਰ ਕੋਲ। ਬੰਦੇ ਦੀ ਉਹ ਦਵਾ ਹੈ, ਹਰ ਬੰਦੇ ਦੀ ਦਵਾ ਹੈ। ਤੇ ਅਸੀਂ ਜਦੋਂ ਗੱਲ ਕਰਦੇ ਹਾਂ, ਬਹੁਤ ਸਾਰੀਆਂ ਨਾਮੁਰਾਦ ਬਿਮਾਰੀਆਂ ਆ, ਔਰ ਲੋਕੀ ਕਹਿੰਦੇ ਆ ਕਿ ਮੈਂ ਇੱਕ ਜਗ੍ਹਾ ਤੋਂ ਟਿਕ ਕੇ ਕੋਈ ਦਵਾਈ ਨਹੀਂ ਖਾਂਦਾ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ, ਸਾਡੀ ਗੱਲ ਵਿੱਚ ਰਹਿ ਗਈ ਸੀ, ਕਈ ਲੋਕ ਸ਼ਾਰਟ ਪੀਰੀਅਡ ਦੇ ਲਈ ਦਵਾਈ ਸਟਾਰਟ ਕਰ ਲੈਂਦੇ ਆ, ਔਰ ਹਰ ਇੱਕ ਪਰਿਵਾਰ ਦੇ ਵਿੱਚ ਇਦਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਅੱਜ ਕਿਸੇ ਨੇ ਕਹਿ ਦਿੱਤਾ ਕਿ ਭੈਣੇ ਆਹ ਡਾਕਟਰ ਬਹੁਤ ਚੰਗਾ ਆ, ਉਹਨਾਂ ਨੇ ਉਹਦੇ ਕੋਲ ਚੱਲ ਜਾਣਾ, ਤੇ ਕੱਲ ਨੂੰ ਕਿਸੇ ਨੇ ਕਹਿ ਦਿੱਤਾ ਭੈਣੇ ਆਹ ਚੰਗਾ ਨਹੀਂ, ਆਹ ਚੰਗਾ ਆ। ਸੋ ਉਹ ਡਾਕਟਰ ਬਹੁਤ ਬਦਲਦੇ ਰਹਿੰਦੇ ਆ। ਸੋ ਇਹਦਾ ਮੈਂ ਤੁਹਾਤੋਂ ਜਵਾਬ ਲਵਾਂਗੀ ਕਿ ਇਹਦੇ ਨਾਲ ਕੀ ਸਾਡੀ ਬਾਡੀ ਤੇ ਇਫੈਕਟ ਪੈਂਦਾ, ਕਿ ਅਸੀਂ ਥਾਂ ਤੋਂ ਦਵਾਈਆਂ ਟਰਾਈ ਕਰ ਰਹੇ ਹੈਗੇ ਆ। ਪਰ ਇੱਕ ਸਾਡੇ ਨਾਲ ਕਾਲਰ ਆ ਪਹਿਲਾਂ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਭੈਣ ਜੀ, ਮੇਰੀ ਨਾ ਏਜ 42 ਈਅਰ 올ਡ ਹੈ, ਮੈਨੂੰ ਬਹੁਤ ਜ਼ਿਆਦਾ ਪੁਰਾਣੀ ਨਹੀਂ, ਪਰ 2 ਵੀਕ ਤੋਂ ਮੇਰਾ ਨਾ ਓਵਰ ਐਕਟਿਵ ਬਲੈਡਰ ਹੈ ਜੀ। ਕੀ ਹੈ? ਉਹਦੇ ਲਈ ਦਵਾਈ ਦੱਸ ਸਕਦੇ ਆ ਕੋਈ? ਇੱਕ ਵਾਰੀ ਫੇਰ ਰਿਪੀਟ ਕਰਿਓ ਜੀ, ਕੀ ਕਿਹਾ ਤੁਸੀਂ? ਓਵਰ ਐਕਟਿਵ ਬਲੈਡਰ ਹੈ ਜੀ। ਓਕੇ ਜੀ ਜਰੂਰ ਤੁਹਾਨੂੰ ਭੈਣ ਜੀ ਦੱਸਦੇ ਆ, ਤੁਸੀਂ ਸੁਣਦੇ ਰਹੋ ਜੀ ਪ੍ਰੋਗਰਾਮ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਜਿੱਦਾਂ ਡਾਕਟਰ ਸਾਹਿਬ ਨੂੰ ਪੁੱਛਣਾ ਵੀ ਮੈਂ 4.5 ਮਹੀਨੇ ਹੋ ਗਏ ਮੈਂ ਟੈਸਟ ਵੀ ਕਰਾ ਚੁੱਕਾ, ਉਹ ਡਾਕਟਰ ਕਹਿੰਦਾ ਵੀ ਮੇਰੇ ਮਸਲ ਟਾਈਟ ਆ ਨਾ, ਹੁਣ ਗੱਲ ਦੀ ਪ੍ਰੋਬਲਮ ਆ ਜੀ। ਤੇ ਜਿੱਦਾਂ ਉਹ ਕਹਿੰਦਾ ਸਟ੍ਰੈਸ ਕਰਕੇ ਆ ਜਿਹੜੇ ਮਸਲ ਟਾਈਟ ਹੁੰਦੇ ਆ ਵੀ ਜਿਹਦਾ ਵੀ ਇਲਾਜ ਆਏਗਾ ਜੀ। ਤੇ ਮੇਰੇ ਗੱਲ ਦੀ ਦਾ ਕੁਝ ਸੀਟੀ ਦੇ ਵਿੱਚ ਕੁਝ ਨਹੀਂ ਆ ਰਿਹਾ ਜਿੱਦਾਂ। ਜੀ ਜੀ ਬਿਲਕੁਲ ਜੀ, ਡਾਕਟਰ ਸਾਹਿਬ ਤੁਹਾਨੂੰ ਦੱਸਦੇ ਆ। ਥੈਂਕ ਯੂ ਜੀ। ਜੀ ਪਹਿਲਾਂ ਜਿਹੜੇ ਭੈਣ ਜੀ ਉਹਨਾਂ ਨੇ ਕਾਲ ਕੀਤੀ ਸੀ ਸਾਨੂੰ ਕੈਲੀਫੋਰਨੀਆ ਤੋਂ, ਉਹਨਾਂ ਨੂੰ ਤੁਸੀਂ ਦੱਸੋ ਜੀ ਜਿਹੜਾ ਹੁਣੇ ਹਲੇ ਕਾਲ ਕਰਕੇ ਗਏ ਆ। ਉਹਨਾਂ ਦਾ ਬਲੈਡਰ ਓਵਰ ਐਕਟਿਵ ਹੈ, ਔਰ ਉਹਦੀ ਦਵਾਈ ਵੀ ਇਕੁਇਜ਼ਿਟਮ ਹੈ, ਉਹੀ ਜਿਹੜੀ ਪਹਿਲੇ ਉਹ ਪੇਸ਼ੈਂਟਸ ਨੂੰ ਦੱਸੀ ਸੀ, ਇਕੁਇਜ਼ਿਟਮ ਔਰ ਕੋਸਟਿਕਮ। ਇਹ ਦੋਨੋਂ ਦਵਾਈਆਂ ਲੈ ਕੇ 1 ml ਔਰ 200 ਪੋਟੈਂਸੀ ਚ ਇਹਨੂੰ ਰਿਪੀਟ ਕਰ ਲੈਣ। ਇਹ ਹੁੰਦੀ ਕਿਉਂ ਆ ਬਿਮਾਰੀ ਇਹ? ਐਕਸੈਸਿਵ ਯੂਰੀਨੇਸ਼ਨ ਕਿਸੇ ਵੀ ਵਜ੍ਹਾ ਤੋਂ ਹੋ ਸਕਦੀ ਹੈ, 2-3 ਰੀਜ਼ਨਸ ਹੋ ਸਕਦੀਆਂ ਨੇ। ਇੱਕ ਤਾਂ ਕਿਡਨੀ ਸਟੋਨ ਵੀ ਹੋ ਸਕਦਾ ਹੈ ਉਹਦੀ ਰੀਜ਼ਨ, ਦੂਸਰਾ ਤੁਹਾਡਾ ਬਲੈਡਰ ਵੀਕ ਹੋ ਜਾਂਦਾ ਇੱਕ ਏਜ ਤੋਂ ਬਾਅਦ, ਤੀਸਰਾ ਤੁਸੀਂ ਪਾਣੀ ਦਾ ਜ਼ਿਆਦਤੀ ਜਾਂ ਕਮੀ ਉਹ ਸੂਰਜ ਵੀ ਹੋ ਸਕਦਾ, ਔਰ ਚੌਥਾ ਜਿਹੜਾ ਮੇਨ ਕਾਮਨ ਡਿਜ਼ੀਜ਼ ਹੈ ਇਨਫੈਕਸ਼ਨ ਹੋ ਸਕਦੀ ਤੁਹਾਨੂੰ ਬਲੈਡਰ। ਤੇ ਜਿਹੜੇ ਸਾਡੇ ਲਾਸਟ ਕਾਲਰ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਇਹਨਾਂ ਦੇ ਮਸਲ ਜਿਹੜੇ ਟਾਈਟ ਰਹਿੰਦੇ, ਉਹਨਾਂ ਵਾਸਤੇ ਇੱਕ ਬੜੀ ਆਸਾਨ ਦਵਾਈ ਹੈ ਇਗਨੇਸ਼ੀਆ 1M, IGNATIA, ਇਗਨੇਸ਼ੀਆ 1M, और दूसरी है नेट्रम म्यूरेटिकम 200। इग्नेशिया 1M सुबह 5 ड्रॉप्स और नेट्रम म्यूरेटिकम 200 ਦੇ ਰਾਤ ਨੂੰ 2 ਜਾਂ 3 ਡ੍ਰੌਪਸ ਸੌਣ ਲੱਗਿਆ ਲੈ ਲਿਆ ਕਰਨ, ਮਸਲਸ ਠੀਕ ਹੋ ਜਾਣਗੇ। ਅਗਰ ਇਸ ਤੋਂ ਬਾਅਦ ਫਿਰ ਨਾ ਠੀਕ ਹੋਣ ਤੇ ਇੱਕ ਥਰਡ ਸਟੇਜ ਦੀ ਦਵਾਈ ਹੈ, ਉਹ ਹੈ ਰਸਟੌਕਸ 1M, ਰਸਟੌਕਸ 1M, ਫਿਰ ਉਹ ਲੈ ਲੈਣ ਜੀ, ਜਾਂ ਸਾਡੇ ਨਾਲ ਰਾਬਤਾ ਕਰਕੇ ਫਿਰ ਮੈਨੂੰ ਜ਼ਰਾ ਚੈੱਕ ਕਰਵਾ ਲੈਣ ਤੇ ਜੋ ਓਰੀਜਨਲ ਪੁਆਇੰਟ ਹੋਏਗਾ ਫਿਰ ਉਸ ਦੀ ਦਵਾਈ ਦੇਵਾਂਗੇ। ਜੀ ਤੇ ਅਸੀਂ ਕਾਲਰਸ ਦੇ ਨਾਲ ਗੱਲ ਕਰਨ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਜਿਹੜੇ ਲੋਕ ਡਾਕਟਰ ਬਹੁਤ ਬਦਲਦੇ ਆ, ਸੋ ਉਹਨਾਂ ਨੇ 2 ਹਫ਼ਤੇ ਇੱਕ ਥਾਂ ਤੋਂ ਦਵਾਈ ਖਾਧੀ ਆ ਤੇ 2 ਹਫ਼ਤੇ ਦੇ ਬਾਅਦ ਉਹਦਾ ਅਸਰ ਦੀ ਵੇਟ ਨਹੀਂ ਕਰਨੀ ਕਿ ਮੈਨੂੰ ਆਰਾਮ ਆਉਣ ਲੱਗਾ ਜਾਂ ਨਹੀਂ, ਫਿਰ ਕਿਸੇ ਹੋਰ ਕੋ ਚਲੇ ਜਾਣਾ, ਫਿਰ ਕਿਸੇ ਹੋਰ ਕੋ ਚਲੇ ਜਾਣਾ। ਇਹੋ ਜਿਹੇ ਇਨਸਾਨਾਂ ਦਾ ਬੋਡੀ ਦਾ ਖਾਣ ਦੇ ਨਾਲ ਇਦਾਂ ਦੀਆਂ ਤਰ੍ਹਾਂ ਦੀਆਂ ਦਵਾਈਆਂ ਦੇ ਕੀ ਸਾਈਡ ਇਫੈਕਟ ਹੁੰਦੇ ਆ ਬਾਅਦ ਵਿੱਚ? ਉਹਦਾ ਸਭ ਤੋਂ ਪਹਿਲਾਂ ਤੇ ਸਾਈਡ ਇਫੈਕਟ ਇਹ ਹੁੰਦਾ ਹੈ ਕਿ ਬੋਡੀ ਤੁਹਾਡੀ ਇਮਿਊਨਾਈਜ਼ ਹੋ ਜਾਂਦੀ ਹੈ ਉਸ ਦਵਾਈਆਂ ਦੇ ਨਾਲ, ਫਿਰ ਤੁਹਾਡੀਆਂ ਉਹ ਦਵਾਈਆਂ ਵੀ ਤੁਹਾਡੇ ਤੇ ਅਸਰ ਨਹੀਂ ਕਰਦੀਆਂ। ਤੁਸੀਂ ਇੱਕ ਹੋਮਿਓਪੈਥਿਕ ਡਾਕਟਰ ਤੋਂ ਬਾਅਦ ਦੂਸਰੇ ਡਾਕਟਰ ਕੋਲ ਜਾਓਗੇ ਤੇ ਓਬਵੀਅਸਲੀ ਉਹ ਉਹੀ ਦਵਾਈਆਂ ਦੇਗਾ ਜਿਹੜੀਆਂ ਉਹਨੇ ਦਿੱਤੀਆਂ, ਜਾਂ ਮਿਲਦੀਆਂ ਜੁਲਦੀਆਂ ਕੋਈ, ਓਬਵੀਅਸਲੀ ਉਹ ਵੀ ਪੜ੍ਹਿਆ ਲਿਖਿਆ ਹੋਏਗਾ, ਉਹਨੂੰ ਵੀ ਪਤਾ ਹੋਏਗਾ ਡਿਜ਼ੀਜ਼ ਦਾ, ਉਹ ਵੀ ਕੋਈ ਉਹਦੇ ਨਾਲ ਮਿਲਦੀਆਂ ਜੁਲਦੀਆਂ ਦਵਾਈਆਂ ਦੇਗਾ। ਜਦੋਂ ਤੁਸੀਂ 2, 4, 10 ਦਫਾ ਦਵਾਈ ਦੇ ਰਿਜ਼ਲਟ ਦਾ ਇੰਤਜ਼ਾਰ ਨਹੀਂ ਕਰਦੇ, ਇੱਕ ਤੇ ਇਹ ਹੁੰਦਾ ਨਾ ਕਿ ਦਵਾਈ ਤੁਹਾਡੇ ਤੇ ਕੰਮ ਨਹੀਂ ਕਰ ਰਹੀ। ਜੀ ਡਾਕਟਰ ਸਾਹਿਬ ਸਾਡੇ ਨਾਲ ਇੱਕ ਕਾਲਰ ਹੈ ਜੀ। ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਬੱਚੇ ਨੂੰ ਥੋੜਾ ਜਿਹਾ ਪੀਰੀਅਡ ਤੋਂ ਪਹਿਲਾਂ ਆ ਗਿਆ, ਡੇਟ ਤੋਂ ਤਕਰੀਬਨ 11-12 ਸਾਲ ਤੋਂ ਬੱਚੇ ਦੀ ਹੈਡ ਜੀ ਖੜ ਗਈ, ਇਹਦੇ ਵਾਸਤੇ ਕੋਈ ਦਵਾਈਆਂ ਨੇ ਹੋਮੋਪੈਥਿਕ ਦੀ? ਬਿਲਕੁਲ ਜੀ, ਅਸੀਂ ਤੁਹਾਨੂੰ ਜਵਾਬ ਲੈ ਕੇ ਦੱਸਦੇ ਹੈਗੇ ਆ ਤੇ ਤੁਸੀਂ ਪ੍ਰੋਗਰਾਮ ਸੁਣਦੇ ਰਹੋ ਜੀ। ਥੈਂਕ ਯੂ ਜੀ। ਜੀ ਬਿਲਕੁਲ ਜੀ, ਇਹ ਬਹੁਤ ਕਾਮਨ ਆ। ਸਾਡੇ ਨਾਲ ਇੱਕ ਕਾਲਰ ਹੋ ਰਿਹਾ।
ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਕਾਲਰ ਮੈਨੂੰ ਲੱਗਦਾ ਸਾਨੂੰ ਤੁਹਾਡੀ ਆਵਾਜ਼ ਨਹੀਂ ਜੀ ਆ ਰਹੀ। ਔਰ ਬਿਲਕੁਲ ਜਿਹੜੀ ਇਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈ, ਸਾਨੂੰ ਇੰਡੀਆ ਤੋਂ ਕਾਲ ਆਈ ਸੀ, ਅਸੀਂ ਪਰ ਰੁਕਣਾ ਪੈਣਾ ਛੋਟੀ ਜਿਹੀ ਬ੍ਰੇਕ ਦੇ ਲਈ, ਕਿਉਂਕਿ ਤੁਸੀਂ ਵੀ ਚਾਹ ਪਾਣੀ ਥੋੜੀ ਜਿਹੀ ਪਿਲਾ ਲਈਏ, ਤੁਹਾਨੂੰ ਵੀ ਸੇਵਾ ਕਰ ਲਈਏ ਤੁਹਾਡੀ। ਸੋ ਰੁਕਦੇ ਆ ਛੋਟੀ ਜਿਹੀ ਬ੍ਰੇਕ ਦੇ ਲਈ। ਤੇ ਡਾਕਟਰ ਸਾਹਿਬ ਸਾਡੇ ਨਾਲ ਅੱਧਾ ਘੰਟਾ ਹੋ ਰਿਹਾ, 8 ਵਜੇ ਤੱਕ ਸਾਡਾ ਸਾਥ ਆ। ਤੁਸੀਂ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਕਰ ਸਕਦੇ ਹੋ। ਮੈਂ ਇਹਨਾਂ ਦਾ ਨੰਬਰ ਜ਼ਰੂਰ ਰਿਪੀਟ ਕਰਨਾ ਚਾਹੂੰਗੀ। ਇਹਨਾਂ ਦਾ ਨੰਬਰ ਹੈ ਜੀ 3064443444। ਸੋ 306 444 3444 ਇਹਨਾਂ ਦਾ ਨੰਬਰ ਆ। ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਰੁਕਦੇ ਆ ਛੋਟੀ ਜਿਹੀ ਬ੍ਰੇਕ ਲਈ, ਵਾਪਸ ਆ ਕੇ ਇਸੇ ਤਰ੍ਹਾਂ ਹੀ ਅਸੀਂ ਇਹਨਾਂ ਦੇ ਨਾਲ ਢੇਰ ਸਾਰੀਆਂ ਗੱਲਾਂ ਕਰਾਂਗੇ। ਦੇਖਦੇ ਰਹੋ ਸਾਂਝਾ ਟੀਵੀ। ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਸਾਂਝਾ ਟੀਵੀ ਤੇ, ਤੁਹਾਡੀ ਆਪਣੀ ਹੋਸਟ ਬਲਜਿੰਦਰ ਕੌਰ ਦੇ ਨਾਲ। ਤੇ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਮੈਂ ਤੁਹਾਡੇ ਨਾਲ ਹਮੇਸ਼ਾ ਉਹਨਾਂ ਸ਼ਖਸੀਅਤਾਂ ਨੂੰ ਲੈ ਕੇ ਆਵਾਂ ਜਿਨ੍ਹਾਂ ਦੇ ਕੋਲੋਂ ਅਸੀਂ ਕੁਝ ਸਿੱਖ ਸਕੀਏ, ਜਿਨ੍ਹਾਂ ਦੇ ਕੋਲੋਂ ਅਸੀਂ ਕੁਝ ਫਾਇਦਾ ਲੈ ਸਕੀਏ। ਸੋ ਜਦੋਂ ਡਾਕਟਰ ਦੀ ਗੱਲ ਆਉਂਦੀ ਹੈ ਤੇ ਅਸੀਂ ਬੇਸ਼ੱਕ ਕਈ ਵਾਰੀ ਆਪਣੇ ਆਪ ਦੇ ਨਾਲ ਕੰਪਰੋਮਾਈਜ਼ ਕਰ ਲੈਂਦੇ ਆ। ਸਾਡਾ ਥੋੜਾ ਬਹੁਤਾ ਕੁਝ ਦੁਖਦਾ ਹੁੰਦਾ ਤੇ ਅਸੀਂ ਉਹੀ ਅਵੋਇਡ ਕਰ ਦਿੰਦੇ ਆ। ਜੇ ਸਿਰ ਦੁਖਦਾ ਅਸੀਂ ਕਹਦੇ ਆ ਕੋਈ ਨਹੀਂ, ਸਟਰੋਂਗ ਜੀ ਚਾਹ ਬਣਾ ਕੇ ਪੀ ਲੈਂਦੇ ਆ ਤੇ ਸਿਰ ਹਟ ਜਾਊਗਾ। ਪਰ ਇਹਦੇ ਰੂਟ ਕਾਜ਼ ਕੀ ਹੁੰਦੀ ਹੈ? ਇਹਦੇ ਪਿੱਛੇ ਕਈ ਵਾਰੀ ਕੁਝ ਇਹੋ ਜਿਹੀਆਂ ਸਾਨੂੰ ਉਲਝਣਾਂ ਹੁੰਦੀਆਂ, ਬਿਮਾਰੀਆਂ ਹੁੰਦੀਆਂ ਤੇ ਅਸੀਂ ਕਈ ਵਾਰੀ ਚਾਹ ਤੇ ਵੈਸੇ ਵੀ ਕਹਿੰਦੇ ਸਿਹਤ ਲਈ ਮਾੜੀ ਆ ਕਹਿੰਦੇ ਆ, ਪਰ ਮੈਂ ਤੇ ਪੀ ਲੈਂਦੀ ਹੁੰਦੀ ਆ ਕਦੀ ਕਦੀ। ਸੋ ਅਸੀਂ ਕਿਉਂ ਨਹੀਂ, ਜਦੋਂ ਸਾਨੂੰ ਇਹੋ ਜਿਹੀਆਂ ਗੱਲਾਂ ਮੁਫਤ ਦੇ ਵਿੱਚ ਸਲਾਹ ਮਿਲਦੀ ਆ ਤੇ ਕਿਉਂ ਨਹੀਂ ਅਸੀਂ ਇਸ ਦਾ ਫਾਇਦਾ ਚੁੱਕਦੇ? ਸੋ ਸਾਨੂੰ ਜ਼ਰੂਰ ਕਾਲ ਕਰਕੇ ਇਹਨਾਂ ਦੇ ਕੋਲੋਂ ਆਪਣਾ ਕੋਈ ਵੀ ਸਵਾਲ ਆ ਤੁਸੀਂ ਕਰ ਸਕਦੇ ਹੋ। ਔਰ ਹਮੇਸ਼ਾ ਤੁਸੀਂ ਮੇਰਾ ਸਾਥ ਦਿੰਦੇ ਹੋ। ਤੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਸੋ ਡਾਕਟਰ ਮੁਰਤਜ਼ਾ ਜੀ, ਵੈਲਕਮ ਵਾਂਸ ਅਗੇਨ। ਤੇ ਪਹਿਲਾਂ ਕਾਲਰ ਲੈ ਲਈਏ ਜੀ ਅਸੀਂ। ਜੀ ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਆ ਵੀ ਜਿੱਦਾਂ ਕਿ ਇੱਕ ਸਿਰ 'ਚ ਕਹਿ ਲਓ ਵੀ ਐਲੋਪੀਸੀਆ ਕੀੜਾ ਹੁੰਦਾ, ਉਹ ਲੱਗ ਜਾਂਦਾ ਹੈ ਜਾਂ ਸਾਡੀ ਨਾੜੀ 'ਚ ਲੱਗ ਜਾਂਦਾ ਹੈ, ਤੇ ਉਹਦਾ ਕੋਈ ਇਲਾਜ ਹੋਮੋਪੈਥੀ ਦੇ ਵਿੱਚ ਹੈਗਾ ਆ? ਬਿਕਾਜ਼ ਮੈਨੂੰ ਹੋਮੋਪੈਥੀ ਬਾਰੇ ਇੰਨਾ ਪਤਾ ਨਹੀਂ, ਲੇਕਿਨ ਮੇਰੇ ਡਾਕਟਰ ਨੇ ਇੰਜੈਕਟ ਵੀ ਕੀਤਾ ਮੈਨੂੰ, ਬਟ ਇੰਨਾ ਅਸਰ ਹੋਇਆ ਨਹੀਂ। ਤੇ ਹਜੇ ਵੀ ਉਹ ਪੈਚ ਜਿਹੜਾ ਆ ਉਹ ਨਜ਼ਰ ਆਉਂਦਾ ਆ। ਤੇ ਤੁਸੀਂ ਇਹਨਾਂ ਨੂੰ ਡਾਕਟਰ ਸਾਹਿਬ ਨੂੰ ਪਲੀਜ਼ ਪੁੱਛ ਸਕਦੇ ਹੋ ਵੀ ਇਹਦਾ ਕੀ ਇਲਾਜ ਹੈ ਤੇ ਇਹਦਾ ਰੀਜ਼ਨ ਕੀ ਹੈ ਜੀ? ਥੋੜਾ ਬਿਲਕੁਲ ਜੀ, ਥੈਂਕ ਯੂ। ਤੁਸੀਂ ਟੀਵੀ ਸੁਣਦੇ ਰਹੋ ਜੀ, ਜ਼ਰੂਰ ਤੁਹਾਨੂੰ ਜਵਾਬ ਦਿੰਦੇ ਆ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸੌਰੀ, ਮੈਂ ਇੱਕ ਹੋਰ ਕੁਐਸਚਨ ਪੁੱਛਣਾ ਸੀ ਜੀ। ਮੇਰੇ ਬ੍ਰਦਰ ਨੂੰ ਚਿੱਟੇ ਮੋਤੀਏ ਦੀ ਸ਼ਿਕਾਇਤ ਹੈ ਜੀ, ਤੇ ਮੈਂ ਡਾਕਟਰ ਸੰਤੋਖ ਚੰਡੂ ਜੀ ਹੋਮਿਓਪੈਥਿਕ ਵਾਲੇ ਆ, ਉਹਨਾਂ ਨੂੰ ਫੋਨ ਕੀਤਾ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਜਰਮਨ ਦੀ ਜਿਹੜੀ ਦਵਾਈ ਹੈ ਸਿਨੇਰੇਰਾ ਕਰਕੇ ਕੁਝ ਨਾਮ ਹੈ ਉਹਦਾ, ਕਿ ਉਹ ਤੁਸੀਂ ਯੂਜ਼ ਕਰੋ ਤੇ ਉਹਦੇ ਨਾਲ ਬਿਲਕੁਲ ਠੀਕ ਹੋ ਜਾਏਗਾ। ਤੇ ਕੀ ਇਹ ਗੱਲ ਸਹੀ ਹੈ? ਡਾਕਟਰ ਸਾਹਿਬ ਨੂੰ ਪੁੱਛਣਾ ਸੀ ਜੀ। ਡਾਕਟਰ ਸਾਹਿਬ ਜੀ, ਸਿਨਰੇਰੀਆ ਮੈਰੀਆਨਮ ਉਹਨਾਂ ਦਾ ਨਾਮ ਹੈ ਉਸ ਦਵਾਈ ਦਾ, ਔਰ ਉਹ ਅੱਖਾਂ 'ਚ ਪਾਉਣ ਵਾਲੇ ਡ੍ਰੌਪਸ ਨੇ, ਉਹ ਸਪੋਰਟ ਕਰਦੇ ਨੇ। ਡਾਕਟਰ ਸੰਤੋਸ਼ ਨੇ ਤੁਹਾਨੂੰ ਸਹੀ ਦਵਾਈ ਦੱਸੀ ਹੈ, ਲੇਕਿਨ ਉਹਦੇ ਨਾਲ ਇੱਕ ਦਵਾਈ ਮੇਰੀ ਸਲਾਹ ਤੇ ਵੀ ਤੁਸੀਂ ਐਡ ਕਰ ਲਓ, ਜਿਹੜੀ ਖਾਣ ਵਾਲੀ ਦਵਾਈ ਹੈ। ਉਹਦਾ ਨਾਮ ਹੈ ਕਲਕੇਰੀਆ ਫਲੋਰ, CALC। ਮਿਲੇਗੀ ਖਾਣ ਵਾਲੀ? ਉਹ ਤੁਹਾਨੂੰ ਆਨਲਾਈਨ ਮਿਲ ਜੇਗੀ ਜਾਂ ਮੇਰੇ ਕਲੀਨਿਕ ਤੋਂ ਮਿਲ ਜੇਗੀ। ਕਲਕੇਰੀਆ ਫਲੋਰ 12X। ਠੀਕ ਹੈ, ਇਹ ਤੁਸੀਂ ਨਾਲ ਐਡ ਕਰ ਲਓ ਤੇ ਸਫੈਦ ਮੋਤੀਆ ਖਤਮ ਹੋ ਜਾਏਗਾ। ਠੀਕ ਹੈ ਜੀ, ਓਕੇ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ। ਸੋ ਡਾਕਟਰ ਸਾਹਿਬ, ਮੈਨੂੰ ਲੱਗਦਾ ਕਿ ਦਵਾਈਆਂ ਤਾਂ ਤੁਸੀਂ ਫੋਨ ਤੇ ਹੀ ਦੱਸੀ ਜਾ ਰਹੇ ਹੋ ਤੇ ਕਲੀਨਿਕ ਆਉਣ ਦਾ ਲੋਕਾਂ ਦਾ ਜਿਹੜਾ ਸਮਾਂ ਬਚ ਜਾਊਗਾ। ਪਰ ਕਈ ਵਾਰੀ ਆਨਲਾਈਨ ਸਾਨੂੰ ਮਿਲਦੀਆਂ ਨਹੀਂ ਕਈ ਦਵਾਈਆਂ। ਸੋ ਫਿਰ ਕਲੀਨਿਕ 'ਚ ਤੁਹਾਨੂੰ ਕੀ ਟਾਈਮਿੰਗ ਕੀ ਹੈਗੀ ਹੈ ਜੀ? ਕਲੀਨਿਕ ਦੀ ਟਾਈਮਿੰਗ ਹੈ 12 ਤੋਂ ਸ਼ਾਮ 6 ਵਜੇ ਤੱਕ, ਲੇਕਿਨ ਸੰਡੇ ਵੀ ਅਸੀਂ ਖੁੱਲੇ ਹੁੰਦੇ ਹਾਂ, ਸੈਟਰਡੇ ਸੰਡੇ। ਤੇ ਸੈਟਰਡੇ ਸੰਡੇ ਬਲਕਿ ਸਾਡਾ ਬਹੁਤ ਜ਼ਿਆਦਾ ਬਿਜ਼ੀ ਹੁੰਦਾ, ਇਸ ਲਈ ਸਾਨੂੰ ਅਰਲੀ ਕਰਨਾ ਪੈਂਦਾ, ਕਿਉਂਕਿ ਲੋਕ ਵੀਕਐਂਡ ਤੇ ਅਕਸਰ ਕਈ ਆਉਣਾ ਚਾਹੁੰਦੇ ਹੁੰਦੇ, ਵੀਕਡੇ 'ਚ ਬਿਜ਼ੀ ਹੁੰਦੇ ਆ ਨਾ ਜੀ। ਇਸ ਤੋਂ ਪਹਿਲੇ ਇੱਕ ਕਾਲਰ ਸਨ, ਉਹਨਾਂ ਨੇ ਸਵਾਲ ਕੀ ਕੀਤਾ ਸੀ? ਉਹਨਾਂ ਦਾ ਜੀ ਸਾਨੂੰ ਸਵਾਲ ਮੈਨੂੰ ਵੀ ਭੁੱਲ ਗਿਆ, ਤੁਸੀਂ ਤਾਂ ਮੈਨੂੰ ਵੀ ਭੁਲਾ ਦਿੱਤਾ। ਉਹ ਬੜੀ ਕੋਈ ਈਜ਼ੀ ਜੀ ਉਹਨਾਂ ਦੀ ਦਵਾਈ ਸੀਗੀ ਵਿਚਾਰਿਆਂ ਦੀ ਜੀ। ਉਹਨਾਂ ਨੂੰ ਕਹੋ ਕਿ ਮੈਨੂੰ ਕਾਲ ਕਰ ਲੈਣ ਨੰਬਰ ਤੇ ਮੇਰੇ ਤੇ ਮੈਨੂੰ ਲੱਗਦਾ ਮੈਂ ਤਾਂ ਜ਼ਿਆਦਾ ਗੱਲਾਂ ਕਰਦੀ ਹਾਂ, ਸਵਾਲ ਹੀ ਮੈਂ ਉਹਨਾਂ ਨੂੰ ਦੱਸ ਦਿਆਂਗਾ ਦਵਾਈ। ਉਹ ਬੜੀ ਈਜ਼ੀ ਜੀ ਦਵਾਈ ਸੀਗੀ। ਹਾਂ, ਐਲੋਪੇਸ਼ੀਆ, ਉਹ ਜਿਹੜਾ ਜਿਹਨੂੰ ਬਾਲਚਰ ਵੀ ਕਹਿੰਦੇ ਨੇ। ਅੱਛਾ ਜੀ, ਉਹ ਜਿਹੜੇ ਪੈਚ ਬਣ ਜਾਂਦੇ, ਉਹ ਫੈਲਦੇ ਜਾਂਦੇ ਨੇ ਔਰ ਆਹਿਸਤਾ ਆਹਿਸਤਾ ਉਹ ਸਾਰੇ ਬਾਲ ਖਾ ਜਾਂਦੇ ਨੇ ਤੁਹਾਡੇ।
ਉਹ ਆਮ ਸਾਡੇ ਪੰਜਾਬੀ ਕਹਿੰਦੇ ਆ ਕਿ ਕੀੜਾ ਲੱਗ ਗਿਆ ਬਾਲਾਂ ਦੇ ਹਾਂਜੀ, ਨਹੀਂ ਉਹ ਵਿੱਚ। ਕੀੜਾ ਨਹੀਂ, ਬੈਕਟੀਰੀਆ ਹੁੰਦਾ ਉਹਨੂੰ, ਬੈਕਟੀਰੀਆ ਕੀੜਾ ਹੀ ਹੋ ਗਿਆ। ਉਹਦੀ ਬੜੀ ਆਸਾਨ ਦਵਾਈ ਹੈ ਸੈਲੀਨੀਅਮ 200, SELLENNIUM 200। ਉਹ ਜਸਟ ਇੱਕ ਵਾਰੀ ਪੀਓ, ਫਿਰ ਹਫਤੇ 'ਚ ਇੱਕ ਵਾਰੀ ਪੀ ਲਓ ਤੇ ਉਹ ਖਤਮ ਹੋ ਜਾਏਗਾ, ਜਸਟ ਇੱਕ ਦਫਾ ਨਾਲ। ਤੇ ਜਿਹੜਾ ਲੇਡੀਜ਼ ਦੇ ਸਿਰ ਦੇ ਵਿੱਚ ਪੈਚ ਪੈ ਜਾਂਦੇ ਆ, ਮੇਰੀ ਇੱਕ ਦੋਸਤ ਆ ਉਹਦੇ ਸਿਰ ਦੇ ਵਿੱਚ ਵੀ ਕਾਫੀ ਵੱਡੇ ਵੱਡੇ ਪੈਚ ਪਏ That's the same thing. ਉਹਨਾਂ ਨੂੰ ਤੇ ਉਹਨਾਂ ਨੇ ਦਵਾਈ ਵਗੈਰਾ ਕੁਝ ਲਾਉਣ ਨੂੰ ਦਿੱਤੀ ਹੈਗੀ? ਕੋਈ ਜ਼ਰੂਰਤ ਨਹੀਂ, ਬਸ ਸੈਲੀਨੀਅਮ 200 ਲੈ ਕੇ ਤੇ ਉਹ ਪੀ ਲੈਣ ਬਸ। ਲਾਉਣ ਵਾਲੀ ਕੋਈ ਜ਼ਰੂਰਤ ਨਹੀਂ, ਇਹ ਇੰਨੀ ਇਫੈਕਟਿਵ ਦਵਾਈ ਹੈ, ਇੱਕ ਵਾਰੀ ਪੀਤੀ ਤੇ ਰੁਕ ਜਾਏਗਾ। ਅੱਛਾ, ਮੈਨੂੰ ਇੱਕ ਹੋਰ ਸਵਾਲ ਆ ਰਿਹਾ ਹੈਗਾ ਕਿ ਜਿੱਦਾਂ ਹੁਣ ਸਾਰੇ ਜਾਣੇ ਤੁਹਾਨੂੰ ਬਿਮਾਰੀ ਆਪਣੀ ਦੱਸ ਰਹੇ ਆ ਤੇ ਤੁਹਾਨੂੰ ਤੇ ਇੰਨਾ ਹੁਣ ਐਕਸਪੀਰੀਅੰਸ ਆ, ਤੁਸੀਂ ਤੇ ਫਟਾਫਟ ਦੱਸ ਰਹੇ ਹੋ ਕਿ ਕਿੱਦਾਂ, ਜਦੋਂ ਕੋਈ ਕਲੀਨਿਕ ਚ ਆਉਂਦੇ ਆ ਤੁਹਾਨੂੰ ਆ ਕੇ 3-4 ਇਕੱਠੀਆਂ ਦੱਸ ਦਿੱਤੀਆਂ, ਜਿਵੇਂ ਹੁੰਦਾ ਵੀ ਮੇਰਾ ਸਿਰ ਵੀ ਦੁਖਦਾ, ਮੇਰੀਆਂ ਲੱਤਾਂ 'ਚ ਵੀ ਦਰਦ ਰਹਿੰਦੀ ਆ, ਮੇਰੇ ਗਿੱਟੇ ਵੀ ਸੁੱਜੇ ਰਹਿੰਦੇ ਆ, ਮੇਰਾ ਭਾਰ ਵੀ ਵਧਿਆ ਰਹਿੰਦਾ, ਸੋ ਫਿਰ ਇਹੋ ਜਿਹੇ ਪੇਸ਼ੈਂਟ ਜਿਹੜੇ ਤੁਹਾਡੇ ਕੋਲ ਆਉਂਦੇ ਉਹਨਾਂ ਲਈ ਫਿਰ ਤੁਸੀਂ ਕੀ ਕਰਦੇ, ਕਿਵੇਂ ਤੁਸੀਂ ਲੱਭਦੇ ਆ ਕਿ ਇਹਦਾ ਹੁਣ ਕੀ ਇਲਾਜ ਕੀਤਾ ਜਾਵੇ? ਸਾਡੇ 2 ਤਰੀਕੇ ਨੇ ਆਬਜ਼ਰਵੇਸ਼ਨ ਦੇ। ਪਹਿਲਾ ਤਾਂ ਤਰੀਕਾ ਇਹ ਹੈ ਕਿ ਅਗਰ ਕੋਈ ਵੈਸੇ ਕੰਸਲਟੈਂਸੀ ਕਰਨਾ ਚਾਹੁੰਦਾ ਹੈ ਤੇ 20 ਮਿੰਟਸ ਫ੍ਰੀ ਆਫ ਚਾਰਜ ਕੰਸਲਟੈਂਸੀ ਹੈ। ਪਹਿਲੇ 20 ਮਿੰਟਸ ਅਸੀਂ ਚਾਰਜ ਨਹੀਂ ਕਰਦੇ, ਉਹਨੂੰ ਦਵਾਈਆਂ ਲਿਖ ਕੇ ਦੇ ਦਿੰਦੇ, ਉਹ ਚਲਾ ਜਾਏ ਬਿਲਕੁਲ ਫ੍ਰੀ, ਟੋਟਲੀ ਫ੍ਰੀ। ਔਰ ਅਗਰ ਉਹ ਦਵਾਈਆਂ ਲੈਣਾ ਚਾਹੁੰਦਾ ਤਾਂ ਫਿਰ ਉਹਦੀ ਮਰਜ਼ੀ, ਉਹ ਦਵਾਈਆਂ ਦੇ ਪੈਸੇ ਜਸ ਲਾਂਗੇ, ਕੰਸਲਟੈਂਸੀ ਦੇ ਕੋਈ ਚਾਰजेस ਨਹੀਂ। ਪਰ ਜਿਹੜਾ ਹੁਣ ਤੁਸੀਂ ਸੈਕਿੰਡ ਜੋ ਵੀ ਦੱਸੋਗੇ ਨਾ, ਜਿਹੜੀ ਵੀ ਟ੍ਰੀਟਮੈਂਟ ਆ, ਉਹ ਸਿਰਫ ਸਾਂਝੇ ਦਾ ਰੇਟ ਦੱਸ ਕੇ ਦੱਸਿਓ, ਸਾਂਝੇ ਦਾ ਡਿਸਕਾਊਂਟ ਪਹਿਲਾਂ ਹੀ ਐਡ ਕਰ ਲਈਓ। ਠੀਕ ਹੈ ਜੀ। ਲੇਕਿਨ ਜਿਹੜੇ ਕੰਪਲੈਕਸ ਪੇਸ਼ੈਂਟਸ ਹੁੰਦੇ ਨੇ, ਜਿਹੜੇ ਚਾਹੁੰਦੇ ਨੇ ਕਿ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਪ੍ਰੋਬਲਮ ਹੈ ਕਿੱਥੇ, ਉਹ ਸਾਡੇ ਕੋਲ ਇੱਕ ਐਨਾਲਾਈਜ਼ਰ ਹੈ, ਅਸੀਂ ਸਕੈਨ ਕਰ ਲੈਂਦੇ ਹਾਂ, ਜਸਟ ਨੋਨ ਇਨਵੇਸਿਵ ਹੈ, ਜਸਟ ਟੱਚ ਆਫ देयर ਬੋਡੀ। ਉਹ ਸਕੈਨ ਕਰਕੇ ਉਹ ਜਸਟ ਕੋਈ 150 ਪੇजेस ਦੀ ਉਹਦੀ ਰਿਪੋਰਟ ਆਉਂਦੀ ਹੈ। ਉਸੇ ਟਾਈਮ ਮੈਂ 150 ਪੇजेस ਨੂੰ ਜਲਦੀ ਰੀਡ ਕਰਕੇ ਉਹ ਸਾਨੂੰ ਪਤਾ ਲੱਗ ਜਾਂਦਾ ਕਿ ਮੇਜਰ ਕਿੱਥੇ ਪ੍ਰੋਬਲਮਸ ਨੇ। ਉਹ 4, 5, 10, 20 ਜਿੰਨੇ ਵੀ ਪ੍ਰੋਬਲਮਸ ਹੁੰਦੇ ਨੇ ਉਹਨਾਂ ਦੀ ਫਿਰ ਉਹਨਾਂ ਨੂੰ ਟ੍ਰੀਟਮੈਂਟ ਦੇ ਦਈਦੀ। ਉਹ ਓਬਵੀਅਸਲੀ ਮੇਰਾ ਕੋਈ ਉਹ ਘੰਟਾ ਲੱਗਦਾ ਮੈਨੂੰ ਉਹ ਪੜ੍ਹਨ ਤੇ, ਉਹਦੇ ਫਿਰ ਅਸੀਂ ਚਾਰਜ ਕਰਦੇ ਹਾਂ। ਉਹ ਵੀ ਇੰਨੇ ਜ਼ਿਆਦਾ ਨਹੀਂ ਹੁੰਦੇ, ਬਹੁਤ ਥੋੜੇ, ਅੱਜ ਕੱਲ੍ਹ ਸਪੈਸ਼ਲ ਚੱਲ ਰਿਹਾ ਜੀ। ਔਰ ਇੱਕ ਸਾਡੇ ਨਾਲ ਕਾਲਰ ਨੇ ਸਾਨੂੰ ਕਾਲ ਕੀਤੀ ਸੀ ਇੰਡੀਆ ਤੋਂ, ਉਹਨਾਂ ਦੇ ਸਵਾਲ ਤੋਂ ਪਹਿਲਾਂ ਇੱਕ ਹੋਰ ਕਾਲਰ ਹੈ ਜੀ ਸਾਡੇ ਨਾਲ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਡਮ, ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਸੀਗਾ ਕਿ ਸਿਰ ਦੇ ਵਾਲਾਂ ਵਾਸਤੇ ਜੇ ਕੋਈ ਸੋਲੂਸ਼ਨ ਦੱਸ ਸਕਦੇ। ਮੇਰੇ ਨਾ ਸਿਰ ਦੇ ਵਿੱਚ ਕਈ ਜਗ੍ਹਾ ਤੋਂ ਵਾਲ ਜਿੱਦਾਂ ਉੱਤਰ ਰਹੇ ਨੇ, ਗੰਜਾਪਨ ਹੈ ਨਾ। ਠੀਕ ਹੈ, ਠੀਕ ਜੀ, ਬਿਲਕੁਲ ਜੀ। ਤੁਸੀਂ ਟੀਵੀ ਸੁਣਦੇ ਰਹੋ ਤੇ ਤੁਹਾਨੂੰ ਹੁਣੇ ਜਵਾਬ ਦਿੰਦੇ ਆ ਜੀ। ਥੈਂਕ ਯੂ ਜੀ। ਜੀ, ਵਾਲਾਂ ਦਾ ਵਾਕਈ ਬਹੁਤ ਸਾਰੀਆਂ ਪ੍ਰੋਬਲਮਸ ਆ ਲੋਕਾਂ ਦੀਆਂ ਵਾਲਾਂ ਦੀਆਂ, ਕਿ ਵਾਲ ਝੜਦੇ ਹੈਗੇ ਆ। ਉਹਦਾ ਵੀ ਬੜਾ ਆਸਾਨ ਇਲਾਜ ਹੈ। ਅਗਰ ਉਹਦੇ 2-3 ਡਿਫਰੈਂਟ ਇਲਾਜ ਨੇ, ਹੁਣ ਸ਼ਾਰਟ ਕਰਕੇ ਮੈਨੂੰ ਦੱਸਣੇ ਪੈ ਰਹੇ। ਇੱਕ ਤੇ ਅੰਡੇ ਦੀ ਯੋਕ ਹੁੰਦੀ ਹੈ, ਐਗ ਦੀ ਯੋਕ ਹੁੰਦੀ ਹੈ, ਯੈਲੋ ਜਿਹੜੀ ਅੰਦਰ ਹੁੰਦੀ ਹੈ, ਉਹ ਫ੍ਰੀ ਰਨ ਐਗਸ ਲੈ ਕੇ, ਜਿਹਨੂੰ ਆਪਾਂ ਦੇਸੀ ਐਗਸ ਕਹਿੰਦੇ ਹਾਂ, ਉਹ ਯੋਕ ਸਿਰਫ ਲੈ ਲੈਣ, ਉਹਨੂੰ ਹੱਥ ਤੇ ਹੀ ਬੇਸ਼ੱਕ ਰੱਖ ਕੇ ਤੇ ਉਹ ਬਾਲਾਂ 'ਚ ਸਿਰ 'ਚ ਲਗਾ ਲਿਆ ਕਰਨ, ਵੀਕ 'ਚ 3-4 ਦਿਨ, ਇੱਕ ਦਿਨ ਛੱਡ ਕੇ। ਉਹ ਜਦੋਂ ਡਰਾਈ ਹੋ ਜਾਏ ਤੇ ਕੋਈ ਵੀ ਸ਼ੈਂਪੂ ਨਾਲ ਧੋ ਲੈਣ। ਪਹਿਲਾ ਤਾਂ ਇਹ ਤਰੀਕਾ ਹੋ ਸਕਦਾ। ਦੂਸਰਾ ਹੋ ਸਕਦਾ ਕਿ ਯੋਕ ਪਲੱਸ ਯੋਗਰਟ, 2 ਚਮਚ ਯੋਗਰਟ ਔਰ 2 ਯੋਕ ਲੈ ਕੇ ਉਹਨਾਂ ਨੂੰ ਮਿਕਸ ਕਰਕੇ ਉਹ ਬਾਲਾਂ 'ਚ ਲਗਾ ਲਿਆ ਕਰਨ, ਹਫਤੇ 'ਚ 2-3-4 ਦਫਾ। ਸੋ ਉਹ ਅੰਡੇ ਦੀ ਜਿਹੜੀ ਪੀਲਾ ਪਾਰਟ ਆ, ਜਰਦੀ ਜਿਹਨੂੰ ਕਹਿ ਦਿੰਦੇ ਹੋ, ਯੋਕ, ਉਹਨੂੰ ਦਹੀਂ 'ਚ ਮਿਲਾ ਕੇ ਲਾਣਾ ਹੈਗਾ ਸਿਰ 'ਚ। 2 ਚਮਚ ਦਹੀਂ ਔਰ 2 ਯੋਕ ਔਰ ਫ੍ਰੀ ਰਨ ਵਾਲੇ ਦੇਸੀ ਅੰਡੇ ਲੈਣੇ ਨੇ ਜੀ। ਔਰ ਉਹਦੇ ਨਾਲ ਇਹ ਬਾਲ ਥੋੜੇ ਅਰਸੇ ਬਾਅਦ 2-3 ਦਫਾ ਲਾਓਗੇ ਤੇ ਬਾਲ ਗਿਰਨੇ ਰੁਕ ਜਾਣਗੇ। ਫਿਰ ਮਹੀਨੇ 20 ਦਿਨ ਬਾਅਦ ਇਹ ਨਵੇਂ ਉੱਗਣੇ ਸ਼ੁਰੂ ਹੋ ਜਾਂਦੇ ਨੇ। ਫਿਰ ਆਇਲ ਵੀ ਨੇ, ਕੁਝ ਅਸੀਂ ਆਇਲ ਖੁਦ ਬਣਾਉਂਦੇ ਹਾਂ, ਆਇਲ ਵੀ ਲਗਾਏ ਜਾ ਸਕਦੇ ਆ। ਹੋਰ ਵੀ ਕਾਫੀ ਸਾਰੀਆਂ ਦੀਆਂ ਟ੍ਰੀਟਮੈਂਟ ਨੇ। ਬਾਇਓਟਿਨ ਇੱਕ ਟੈਬਲੇਟ ਮਿਲਦੀ ਹੈ, 1 ਗੋਲੀ ਰੋਜ਼ ਦੀ, ਉਹ ਖਾਣੀ ਸ਼ੁਰੂ ਕਰ ਦਿਓ ਨਾਲ, ਤੇ ਬਾਲ ਨਵੇਂ ਆ ਜਾਂਦੇ ਨੇ, ਕੋਈ ਇਸ਼ੂ ਨਹੀਂ ਜੀ। ਤੇ ਇੱਕ ਸਾਨੂੰ ਇੰਡੀਆ ਤੋਂ ਕਾਲ ਆਈ ਸੀਗੀ, ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਬੇਟੀ ਦੀ ਛੋਟੀ ਉਮਰ ਆ, 10 ਸਾਲ ਦੀ ਉਮਰ 'ਚ ਉਹਨੂੰ ਪੀਰੀਅਡ ਜਿਹੜੇ ਸ਼ੁਰੂ ਹੋ ਗਏ ਆ, ਤੇ ਉਹ ਕਹਿੰਦੇ ਉਹਦੀ ਗਰੋਥ ਜਿਹੜੀ ਸਟਾਪ ਹੋ ਗਈ ਵਧਣੀ, ਉਹਦੇ ਲਈ ਹੋਮੋਪੈਥਿਕ ਦੇ ਵਿੱਚ ਕੋਈ ਦਵਾਈ ਹੈ? ਉਹਦਾ ਓਬਵੀਅਸਲੀ ਬੇਟੀ ਦਾ ਆਇਰਨ ਲੋ ਹੋ ਗਿਆ ਹੋਏਗਾ, ਔਰ ਆਇਰਨ ਲੋ ਹੋਣ ਦੀ ਵਜ੍ਹਾ ਤੋਂ ਹੀਮੋਗਲੋਬਿਨ ਲੋ ਹੋ ਗਿਆ ਹੋਏਗਾ, ਉਹ ਗਰੋਥ ਰੁਕ ਗਈ ਉਹਦੀ। ਸਭ ਤੋਂ ਪਹਿਲਾਂ ਤੇ ਉਹਦੇ ਪੀਰੀਅਡਸ ਨੂੰ ਨਾਰਮਲਾਈਜ਼ ਕੀਤਾ ਜਾਏ। ਉਹਦੇ ਲਈ ਦਵਾਈ ਹੈ ਪਲਸਾਟੀਲਾ 200, ਉਹ 5 ਡ੍ਰੌਪਸ अर्ਲੀ ਮਾਰਨਿੰਗ ਸੁਬਾਹ ਉੱਠ ਕੇ ਲੈ ਲਿਆ ਕਰੇ। ਔਰ ਦੂਸਰੀ ਦਵਾਈ ਹੈ ਉਹਦੇ ਲਈ ਨੈਟਰਮ ਮਿਓਰ 200, ਉਹਦੇ 3 ਡ੍ਰੌਪਸ ਰਾਤ ਨੂੰ ਸੌਣ ਲੱਗਿਆਂ ਲੈ ਲਿਆ ਕਰੇ। ਇਹਦੇ ਨਾਲ ਉਹਦੇ ਪੀਰੀਅਡਸ ਨਾਰਮਲਾਈਜ਼ ਹੋ ਜਾਣਗੇ। ਇੱਕ ਪੁਆਇੰਟ। ਦੂਸਰਾ ਪੁਆਇੰਟ ਇਹ ਹੈ ਕਿ ਜਦੋਂ ਉਹਦੇ ਪੀਰੀਅਡਸ ਨਾਰਮਲਾਈਜ਼ ਹੋ ਜਾਣ, ਫਿਰ 1 ਖਜੂਰ ਰੋਜ਼ ਖਾਣਾ ਸ਼ੁਰੂ ਕਰੇ, ਜਸਟ 1 ਡੇਟ, ਜਿਹਨੂੰ ਡੇਟ ਕਹਿੰਦੇ ਖਜੂਰ। 1 ਖਜੂਰ
ਪਲੱਸ ਹੀਮੋਗਲੋਬਿਨ ਦੀ ਇੱਕ ਦਵਾਈ ਹੈ ਫੈਰਮ ਫੋਸ 3x ਫੈਰਮ ਫੋਸ 3x ਉਹਦੀਆਂ 4 ਟੈਬਲੇਟਸ ਛੋਟੀਆਂ ਬਾਰੀਕ ਮਿੱਠੀਆਂ ਫਿੱਕੀਆਂ ਟੈਬਲੇਟਸ ਹੁੰਦੀਆਂ ਨੇ ਉਹ 4 ਟੈਬਲੇਟਸ 4 ਟਾਈਮਸ ਅ ਡੇ ਉਹਦੀਆਂ ਕੋਈ 3-4 ਸ਼ੀਸ਼ੀਆਂ ਖਾ ਲੈ ਉਹਦੇ ਉਹ ਗਰੋਥ ਵੀ ਸਹੀ ਹੋ ਜਾਏਗੀ ਅਗਰ ਫਿਰ ਵੀ ਨਾ ਸਹੀ ਹੋਏ ਤੇ ਅਗਲੇ ਸ਼ੋਅ 'ਚ ਸਾਨੂੰ ਫਿਰ ਕਾਲ ਕਰ ਲੈ ਜੀ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ, ਤੁਸੀਂ ਦੱਸਿਆ ਕਿ ਤੁਸੀਂ ਸਕੈਨ ਕਰਦੇ ਹੋ, ਸਕੈਨਿੰਗ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਂਦਾ ਕਿ ਕਿਹੜੀਆਂ, ਔਰ ਜਦੋਂ ਪੂਰੀ ਬਾਡੀ ਦੀ ਸਕੈਨ ਹੋ ਗਈ ਕਈ ਤੁਹਾਨੂੰ ਅਲਰਟ ਵੀ ਹੋ ਜਾਂਦਾ, ਕਈ ਗੱਲਾਂ ਦੇ ਤੁਹਾਨੂੰ ਸਿੰਪਟਮਸ ਆ ਜਾਂਦੇ ਹੈਗੇ ਆ ਕਿ ਆ ਹੋ ਰਿਹਾ, ਸੋ ਤੁਸੀਂ ਉਹ ਵੀ ਸਾਰਾ ਗਾਈਡ ਕਰਦੇ ਹੋ ਕਿ ਕਿਹੜੇ ਤੁਸੀਂ ਖਤਰੇ ਦੇ ਜ਼ੋਨ 'ਚ ਹੋ, ਕਿੱਥੇ ਤੁਹਾਨੂੰ ਸਟਾਰਟ ਹੋ ਸਕਦੀ ਬਿਮਾਰੀ, ਇਹ ਸਾਰਾ ਕੁਝ ਤੁਸੀਂ ਉਹ ਪੜ੍ਹ ਕੇ ਦੱਸਦੇ ਹੋ? ਜੀ ਆਲਮੋਸਟ ਪਤਾ ਲੱਗ ਜਾਂਦਾ ਪਹਿਲੇ ਆਲਮੋਸਟ 3 years ਬਿਫੋਰ ਐਕਚੁਅਲ ਹੈਪਨਿੰਗ ਤੁਹਾਨੂੰ ਉਸ ਦਵਾਈ ਦਾ ਪਤਾ ਬਿਮਾਰੀ ਦਾ ਪਤਾ ਲੱਗ ਜਾਂਦਾ। ਫੋਰ ਐਗਜ਼ਾਮਪਲ ਅਗਰ ਕਿਸੇ ਦਾ ਪੈਂਕਰੀਆਜ਼ ਲੋਅਰ ਲੈਵਲ ਤੇ ਹੈ ਤੇ ਅਸੀਂ ਪ੍ਰਿਡਿਕਟ ਕਰ ਸਕਦੇ ਹਾਂ ਕਿ ਇੰਨੇ ਮਹੀਨੇ ਜਾਂ ਇੰਨੇ ਸਾਲ ਬਾਅਦ ਤੈਨੂੰ ਡਾਇਬੀਟੀਜ਼ ਹੋ ਜਾਣੀ ਹੈ, ਲਿਹਾਜ਼ਾ ਇਹਦੇ ਤੋਂ ਅਵੋਇਡ ਕਰ, ਇਹਦੇ ਤੋਂ ਅਵੋਇਡ ਕਰ, ਇਹ ਸ਼ੁਰੂ ਕਰ ਤਾਂ ਕਿ ਇੰਨੇ ਸਾਲ ਦੀ ਬਜਾਏ ਇਹ ਹੋਰ ਇੰਨੇ ਸਾਲ ਪਰੇ ਚਲੇ ਜਾਏ। ਇਸੇ ਤਰ੍ਹਾਂ ਹੀ ਸਟ੍ਰੈਸ ਤੋਂ ਬਚ, ਫਲਾਣੇ ਤੋਂ ਬਚ, ਫਲਾਣੇ ਅਸੀਂ ਉਹਨੂੰ ਗਾਈਡ ਕਰਦੇ ਨੇ, ਕੁਝ ਮੈਡੀਸਿਨਸ ਵੀ ਦੇ ਦਿੰਦੇ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਉਹਨੂੰ ਨਹੀਂ ਪਤਾ ਹੁੰਦਾ ਔਰ ਉਹਦੇ 'ਚ ਨਿਕਲ ਆਉਂਦੀਆਂ, ਉਹ ਕਹਿੰਦਾ ਹਾਂ ਇਹ ਤਕਲੀਫ ਤਾਂ ਮੈਨੂੰ ਹੈ ਵੇ ਲੇਕਿਨ ਮੈਂ ਤਾਂ ਕਦੀ ਇਹਦੇ 'ਤੇ ਗੌਰ ਨਹੀਂ ਕੀਤਾ, ਉਹਦੀ ਟ੍ਰੀਟਮੈਂਟ ਹੋ ਜਾਂਦੀ ਹੈ। ਇਹਦਾ ਖਾਸਾ ਫਾਇਦਾ ਹੁੰਦਾ ਇਹਦੇ ਨਾਲ ਜੀ। ਤੇ ਹੁਣ ਤੁਸੀਂ ਦਵਾਈਆਂ ਤੇ ਦੱਸ ਦਿੱਤੀਆਂ ਕਿ ਜਿਵੇਂ ਬੇਟੀ ਦੀ ਗੱਲ ਹੋਈ ਸੀਗੀ ਕਿ ਉਹਨਾਂ ਨੂੰ ਅਰਲੀ ਏਜ ਦੇ ਵਿੱਚ ਪੀਰੀਅਡ ਸਟਾਰਟ ਹੋ ਗਏ, ਪਹਿਲਾਂ ਹੁੰਦਾ ਸੀ ਕਿ 14 ਜਿਹੜੀ ਏਜ ਦੇ ਵਿੱਚ ਜਾ ਕੇ ਬੱਚੀਆਂ ਨੂੰ ਸਟਾਰਟ ਹੁੰਦੇ ਸੀ ਪੀਰੀਅਡ, ਪਰ ਹੁਣ ਅਰਲੀ ਏਜ ਦੇ ਵਿੱਚ 9-10 ਸਾਲ ਦੀਆਂ ਬੱਚੀਆਂ ਨੂੰ ਸਟਾਰਟ ਹੋ ਜਾਂਦੇ ਆ ਪੀਰੀਅਡ। ਸੋ ਤੁਸੀਂ ਦੱਸ ਤਾਂ ਦਿੱਤਾ ਦਵਾਈਆਂ ਕਿ ਇਹ ਜਿਹੜੀਆਂ ਮੈਡੀਸਨਸ ਆ ਜਿਹੜੀਆਂ ਤੁਸੀਂ ਦੱਸੀਆਂ ਆ, ਓਬਵੀਅਸਲੀ ਉਹ ਸ਼ੋਅ ਨੂੰ ਸੁਣ ਸਕਦੇ ਆ, ਦੁਬਾਰਾ ਫੇਸਬੁੱਕ ਤੇ ਜਾ ਕੇ ਰਿਪੀਟ ਕਰਕੇ ਸੁਣ ਸਕਦੇ ਆ, ਨਾਂ ਲਿਖ ਸਕਦੇ ਆ ਦਵਾਈਆਂ ਦਾ, ਕਈ ਵਾਰੀ ਇੱਕਦਮ ਨਹੀਂ ਵੀ ਸਮਝ ਆਉਂਦੀ ਹੁੰਦੀ, ਪਰ ਇਹ ਮਿਲਣਗੀਆਂ ਕਿੱਥੋਂ? ਆਨਲਾਈਨ ਮਿਲਣਗੀਆਂ ਜਾਂ ਕਿਸੇ ਹੋਮੋਪੈਥਿਕ ਸਟੋਰ ਤੋਂ, ਕਿਸੇ ਕਲੀਨਿਕ ਤੋਂ ਮਿਲਣਗੀਆਂ? ਕੈਨੇਡਾ 'ਚੋਂ ਤੇ ਫਿਰ ਤੇ ਸਾਡੇ ਕੋਲ ਵੀ ਮਿਲ ਸਕਦੀਆਂ, ਹੋਮਿਓਪੈਥਿਕ ਦੀ ਸ਼ਾਪਸ ਵੀ ਨੇ ਡਿਫਰੈਂਟ, ਉੱਥੋਂ ਵੀ ਮਿਲ ਸਕਦੀਆਂ, ਲੇਕਿਨ ਇੰਡੀਆ ਔਰ ਪਾਕਿਸਤਾਨ 'ਚ ਤੇ ਆਮ ਮਿਲ ਜਾਂਦੀਆਂ ਨੇ ਨਾ, ਲੇਕਿਨ ਕੋਸ਼ਿਸ਼ ਕਰਨੀ ਹੈ ਕਿ ਜਰਮਨੀ ਔਰ ਫਰਾਂਸ ਦੀ ਮੈਡੀਸਿਨ ਜ਼ਿਆਦਾ ਪ੍ਰੈਫਰ ਕੀਤੀਆਂ ਜਾਣ ਜੀ। ਇੱਥੇ ਕੈਨੇਡਾ 'ਚ ਅਗਰ ਲੈਣੀਆਂ ਤੇ ਬੋਇਰੋਨ ਕੰਪਨੀ ਹੈ ਫਰਾਂਸ ਦੀ, ਉਹਦੀਆਂ ਲਈਆਂ ਜਾਣ। ਅਗਰ ਇੰਡੀਆ ਪਾਕਿਸਤਾਨ 'ਚ ਲੈਣੀਆਂ ਤੇ ਜਰਮਨੀ ਦੀਆਂ ਸ਼ਵਾਬੇ ਕੰਪਨੀ ਦੀਆਂ ਜਾਂ ਰੈਕਵੈਗ ਦੀਆਂ, ਡਾਕਟਰ ਰੈਕਵੈਗ ਨੇ, ਉਹਨਾਂ ਦੀਆਂ ਦਵਾਈਆਂ ਲਿੱਤੀਆਂ ਜਾਣ। ਸਾਡੇ ਨਾਲ ਇੱਕ ਹੋਰ ਕਾਲਰ ਨੇ ਜੀ, ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਐਡਮਿੰਟਨ 'ਚ ਦਵਾਈ ਕਿਵੇਂ ਲੈ ਸਕਦੇ ਆਪਾਂ ਡਾਕਟਰ ਸਾਹਿਬ ਤੋਂ? ਐਡਮਿੰਟਨ 'ਚ ਦਵਾਈ ਕਿਵੇਂ ਲੈ ਸਕਦੇ ਤੁਸੀਂ ਜੀ? ਕਾਲ ਕਰਕੇ ਤੇ ਆਪਣਾ ਐਡਰੈਸ ਦੇ ਦੇਣਾ ਔਰ ਆਪਣੀ ਡਿਜ਼ੀਜ਼ ਡਿਸਕਸ ਕਰ ਲੈਣਾ ਤੇ ਤੁਹਾਨੂੰ ਸ਼ਿਪ ਕਰ ਦੇਵਾਂਗੇ ਅਸੀਂ। ਤੁਹਾਡਾ ਨੰਬਰ ਤੁਹਾਨੂੰ ਦੱਸੋਗੇ, ਨੰਬਰ ਜਾਂ ਐਡਰੈਸ ਕੁਝ? ਬਿਲਕੁਲ ਜੀ, ਮੈਂ ਜੀ ਰਿਪੀਟ ਵੀ ਕਰਦੀ ਇਹਨਾਂ ਦਾ ਨੰਬਰ, ਤੇ ਵੈਸੇ ਇਹਨਾਂ ਦੀ ਐਡ ਵੀ ਚੱਲ ਰਹੀ ਹੈਗੀ ਸਾਂਝਾ ਟੀਵੀ ਤੇ। ਹਾਂਜੀ ਜੀ, ਵੇਖੀ ਹੈ ਜੀ ਉਹ ਤਾਂ। ਹਾਂਜੀ, ਵਧੀਆ, ਤੁਹਾਡਾ ਸ਼ੋਅ ਵਧੀਆ ਜੀ, ਅੱਜ ਵਧੀਆ ਗੱਲ ਤੁਸੀਂ ਕਰਦੇ ਹੋ ਨਾ, ਤਾਂ ਵਧੀਆ ਹੋ ਗਿਆ। ਥੈਂਕ ਯੂ ਜੀ, ਥੈਂਕ ਯੂ ਜੀ ਤੁਹਾਡਾ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਜੀ। ਬਿਲਕੁਲ ਜੀ, ਬਹੁਤ ਵਾਰ ਹੁੰਦਾ ਕਿ ਅਸੀਂ ਸਾਨੂੰ ਪਤਾ ਤੇ ਹੁੰਦਾ ਕਿ ਕੋਈ ਦੱਸਦਾ ਆ, ਪਰ ਕਈ ਵਾਰੀ ਹੁੰਦਾ ਕਿ ਅਸੀਂ ਜਾਣਦੇ ਨਹੀਂ ਹੁੰਦੇ ਇਨਸਾਨ ਨੂੰ, ਅਸੀਂ ਸੋਚਦੇ ਹਾਂ ਠੀਕ ਹੈ ਅਸੀਂ ਐਡ ਤੇ ਦੇਖ ਲਈ ਆ, ਪਰ ਕੀ ਅਸੀਂ ਇਹਨਾਂ ਨੂੰ ਜਾਣਦੇ ਨੇਗੇ ਕਿ ਅਸੀਂ ਇੱਥੇ ਜਾਈਏ ਜਾਂ ਨਾ ਜਾਈਏ। ਪਰ ਅਕਸਰ ਮੈਨੂੰ ਹੁੰਦਾ ਕਿ ਮੇਰੇ ਜਿਹੜੇ ਪਰਿਵਾਰ ਆ ਸਾਂਝੇ ਦੇ, ਜਿਹੜੇ ਮੈਨੂੰ ਬੁੱਧਵਾਰ ਮਿਲਦੇ ਆ, ਉਹਨਾਂ ਨੂੰ ਪਤਾ ਹੁੰਦਾ ਕਿ ਮੈਂ ਉਹਨਾਂ ਇਨਸਾਨਾਂ ਨੂੰ ਹੀ ਆਪਣੇ ਸ਼ੋਅ 'ਚ ਲੈ ਕੇ ਆਉਂਦੀ ਹੁੰਦੀ ਹੈ ਜਿਨ੍ਹਾਂ ਤੋਂ ਅਸੀਂ ਕੁਝ ਫਾਇਦਾ ਚੁੱਕ ਸਕੀਏ। ਸੋ ਅੱਜ ਅਸੀਂ ਤੁਹਾਡਾ ਬੜਾ ਫਾਇਦਾ ਲੈ ਰਹੇ ਹੈਗੇ ਆ। ਔਰ ਜਦੋਂ ਤੁਸੀਂ ਗੱਲ ਕੀਤੀ ਕਿ ਪਾਕਿਸਤਾਨ ਤੇ ਇੰਡੀਆ ਦੇ ਵਿੱਚ, ਜਿਹੜੇ ਹੁਣ ਸਾਨੂੰ ਇੰਡੀਆ ਤੋਂ ਵੀ ਕਾਲ ਆਈ ਸੀ, ਇਹ ਲੋਕ ਜਿਹੜੀਆਂ ਦਵਾਈਆਂ ਆਨਲਾਈਨ ਵੀ ਕਿਤੇ ਆਰਡਰ ਕਰ ਸਕਦੇ ਹੋਮੋਪੈਥਿਕ ਦੀਆਂ, ਜਾਂ ਕਲੀਨਿਕ ਹੁੰਦੇ ਆ ਕਿਤੇ ਹੋਮੋਪੈਥਿਕ? ਇੰਡੀਆ 'ਚ ਤੇ ਆਮ ਸ਼ਾਪਸ ਹੁੰਦੀਆਂ ਨੇ, ਉੱਥੋਂ ਤੇ ਈਜ਼ੀਲੀ ਆਰਡਰ ਹੋ ਜਾਂਦੀਆਂ ਨੇ। ਕੈਨੇਡਾ ਔਰ ਅਮਰੀਕਾ 'ਚ ਆਨਲਾਈਨ ਵੀ ਮਿਲ ਜਾਂਦੀਆਂ ਨੇ। ਤੁਸੀਂ ਉਸ ਦਵਾਈ ਦਾ ਨਾਮ ਲਿਖੋ ਔਰ ਅੱਗੇ ਲਿਖੋ ਹੋਮਿਓਪੈਥਿਕ ਮੈਡੀਸਨ, ਤੇ ਐਮਾਜ਼ੋਨ ਤੋਂ ਜਾਂ ਡਿਫਰੈਂਟ ਜਗ੍ਹਾ ਤੋਂ ਓਵਰ ਦਾ ਕਾਊਂਟਰ ਯੂ ਕੈਨ ਬਾਈ ਦਿਸ। ਪਰ ਫਿਰ ਇਹਨਾਂ ਦੀ ਕੰਪਨੀ ਦਾ ਵੀ ਜਿਹੜਾ ਤੁਸੀਂ ਦੱਸਿਆ ਕਿ ਉਹ ਖਾਸ ਖਿਆਲ ਰੱਖਣਾ ਚਾਹੀਦਾ। ਖਾਸ ਖਿਆਲ ਰੱਖਣਾ ਚਾਹੀਦਾ ਕਿ ਕੋਸ਼ਿਸ਼ ਕਰਨੀ ਚਾਹੀਦੀ ਫਰਾਂਸ ਔਰ ਜਰਮਨ ਦੀਆਂ ਦਵਾਈਆਂ ਖਰੀਦੀਆਂ ਜਾਣ, ਕਿਉਂਕਿ ਪਹਿਲਾਂ ਲੋਕਾਂ ਨੂੰ ਇੰਨੀ ਨੌਲੇਜ ਨਹੀਂ ਸੀ ਹੁੰਦੀ। ਹੁਣ ਲੋਕੀ ਆਪਣੀ ਸਿਹਤ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ। ਸਿਹਤ ਦੇ ਨਾਲ ਬਿਲਕੁਲ ਕੰਪਰੋਮਾਈਜ਼ ਕਰਨਾ ਵੀ ਨਹੀਂ ਚਾਹੀਦਾ, ਔਰ ਤੁਸੀਂ ਹਮੇਸ਼ਾ ਹੈਲਦੀ ਦਵਾਈਆਂ ਲਓ, ਹੈਲਦੀ ਡਾਈਟ ਖਾਓ ਔਰ ਹੈਲਦੀ ਐਕਸਰਸਾਈਜ਼ ਨਾਲ ਕਰੋ। ਆਪਣੀ ਲਾਈਫ ਨੂੰ ਇੱਕ ਹੀ ਵਾਰੀ ਮਿਲਣੀ ਹੈ, ਦੁਬਾਰਾ ਤੇ ਮਿਲਣੀ ਨਹੀਂ ਹੈ, ਤੇ ਇਹਨੂੰ ਸਪੋਇਲ ਨਾ ਕਰੋ ਜੀ। ਤੇ ਜਦੋਂ ਅਸੀਂ ਵੈਸੇ ਗੱਲ ਕਰਦੇ ਹਾਂ, ਵੈਸੇ ਕੀ ਤੁਸੀਂ ਸੁਝਾਅ ਦੇਣਾ ਚਾਹੁੰਦੇ ਆ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ? ਕੋਈ ਡਾਈਟ ਦਾ ਕੋਈ ਟਿਪਸ ਕੁਛ ਇਹੋ ਜਿਹਾ ਕੀ ਕਹਿਣਾ ਚਾਹੁੰਦੇ ਹੋ? ਬਹੁਤ ਸਾਰੇ ਟਿਪਸ ਨੇ, ਇਹ ਹੁਣ ਇੱਕ ਪ੍ਰੋਗਰਾਮ 'ਚ ਤੇ ਦਿੱਤੇ ਨਹੀਂ ਜਾ ਸਕਦੇ। ਇੱਕ ਤਾਂ ਦੇ ਕੇ ਜਾਓਗੇ ਨਾ। 19 ਸਾਲ ਦਾ ਐਕਸਪੀਰੀਅੰਸ ਹੈ, ਇੱਕ ਪ੍ਰੋਗਰਾਮ 'ਚ 1 ਘੰਟੇ 'ਚ ਤਾਂ ਨਹੀਂ ਪੂਰਾ ਹੋਵੇਗਾ। ਸਭ ਤੋਂ ਪਹਿਲਾਂ ਤਾਂ ਟਿਪ ਇਹ ਹੈ ਕਿ ਖੁਸ਼ ਰਹੋ,
ਨੀਂਦ ਪੂਰੀ ਕਰੋ। ਜਿਹੜਾ ਸ਼ਖਸ ਕਿੰਨੇ ਖੁਸ਼ ਘੰਟੇ ਰਹਿੰਦਾ ਸੌਣਾ ਚਾਹੀਦਾ ਜੀ? ਮੇਰਾ ਤਾਂ ਖਿਆਲ 8 ਘੰਟੇ ਸੌਣਾ ਚਾਹੀਦਾ, ਵੈਸੇ ਤੇ 5-6 ਘੰਟੇ। ਸਾਡੇ ਨਾਲ ਇੱਕ ਕਾਲਰ ਹੈ ਜੀ, ਲਾਸਟ ਹੀ ਕਾਲ ਹੈ, ਇਸ ਤੋਂ ਬਾਅਦ ਸਾਡਾ ਸਮਾਂ ਵੀ ਜਾਣ ਦਾ ਹੋ ਗਿਆ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਲਜਿੰਦਰ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਲਜਿੰਦਰ, ਮੈਨੂੰ ਬਲੱਡ ਪ੍ਰੈਸ਼ਰ, ਸ਼ੂਗਰ ਤੇ ਹੋਰ ਕਈ ਬਿਮਾਰੀਆਂ, ਡਿਪਰੈਸ਼ਨ, ਐਂਗਜ਼ਾਇਟੀ। ਤੁਸੀਂ ਹੈਗੇ ਕਿੱਥੇ ਹੋ? ਮੈਂ ਇੱਥੇ ਸਰੀ 'ਚ ਹੀ ਹਾਂ। ਬਸ ਫਿਰ ਆ ਜਾਓ। ਬਸ ਕੋਈ ਨਹੀਂ ਜੀ, ਤੁਸੀਂ ਵਾਈਟ ਰੌਕ ਹੀ ਜਾਣਾ ਆ ਤੇ ਆਪਾਂ ਤੁਹਾਨੂੰ ਬਿਲਕੁਲ ਠੀਕ ਠਾਕ ਕਰ ਦੇਣਾ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਆਵਾਜ਼ ਨਹੀਂ ਆ ਰਹੀ। ਡਾਕਟਰ ਆਏ ਭੈਣ ਜੀ? ਹਾਂਜੀ, ਡਾਕਟਰ ਸਾਹਿਬ ਸਾਡੇ ਨਾਲ ਆ ਜੀ। ਅੱਛਾ ਜੀ। ਉਹ ਭੈਣ ਜੀ ਮੈਨੂੰ ਪਤਾ ਲੱਗਾ ਸੀ ਹੁਣੇ। ਹਾਂਜੀ। ਜਿਹਨੇ ਨਾੜਾਂ ਚੜ੍ਹਦੀਆਂ, ਜਿਹਨਾਂ ਦੇ ਜਿੱਦਾਂ ਮੇਰੀ ਨਾੜਾਂ ਬਹੁਤ ਜ਼ਿਆਦਾ ਚੜ੍ਹਦੀਆਂ, ਰਾਤ ਨੂੰ ਵੀ ਦਿਨ ਨੂੰ ਵੀ, ਸਾਰੀ ਤੇ ਰਾਤ ਖਾਣੀ, ਉਹ ਨਾੜਾਂ ਦਾ ਕੋਈ ਇਲਾਜ ਹੈਗਾ ਭੈਣ ਜੀ? ਤੁਸੀਂ ਸਰੀ ਤੋਂ ਕਾਲ ਕਰਦੇ ਆ ਜੀ? ਹਾਂਜੀ ਹਾਂਜੀ। ਬਿਲਕੁਲ ਜੀ, ਮੈਂ ਨੰਬਰ ਜ਼ਰੂਰ ਦੱਸ ਕੇ ਜਾਊਂਗੀ ਤੁਹਾਨੂੰ, ਤੇ ਤੁਸੀਂ ਡਾਕਟਰ ਸਾਹਿਬ ਨੂੰ ਫੋਨ ਕਰ ਲਿਓ ਤੇ ਤੁਹਾਨੂੰ ਦੱਸਣਗੇ ਜੀ, ਪੂਰੀ ਇਹੋ ਗੱਲਬਾਤ ਦੱਸਣਗੇ, ਤੁਹਾਡੀ ਪੂਰੀ ਗੱਲਬਾਤ ਸੁਣਨਗੇ। ਇੱਕ ਮਿੰਟ ਹੋਰ ਭੈਣ ਜੀ, ਜਿਹੜਾ ਗਠੀਆ ਹੁੰਦਾ ਜਿਹਨੂੰ ਕਹਿੰਦਾ ਆਪਾਂ ਗਠੀਆ ਕਹਿ ਦਿੰਦੇ ਆਂਗੇ ਜੀ, ਆਰਥਰਾਈਟ ਕਹਿੰਦੇ, ਉਹਨਾਂ ਦਾ ਵੀ ਇਲਾਜ ਕਰਦੇ? ਹਾਂਜੀ ਬਿਲਕੁਲ ਜੀ, ਸਾਰੇ ਇਲਾਜ ਕਰਦੇ ਹੈਗੇ ਆ। ਅੱਛਾ ਜੀ, ਥੈਂਕ ਯੂ ਜੀ, ਸਾਡਾ ਸਮਾਂ ਹੋ ਗਿਆ ਇਜਾਜ਼ਤ ਲੈਣ ਦਾ। ਥੈਂਕ ਯੂ ਜੀ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਆਪਣੇ ਮੋਨੋਪੌਜ਼ ਦੇ ਬਾਰੇ ਪੁੱਛਣਾ ਸੀ ਡਾਕਟਰ ਸਾਹਿਬ ਕੋਲ, ਜੋ ਦਵਾਈ ਹੈਗੀ। ਬਿਲਕੁਲ ਪੁੱਛ ਸਕਦੇ ਆ ਜੀ। ਤੁਹਾਡੀ ਏਜ ਕਿੰਨੀ ਹੈ? ਤੁਹਾਡੀ ਏਜ ਕਿੰਨੀ ਹੈ ਜੀ? ਜੀ ਮੇਰੀ ਆਲਮੋਸਟ 50 ਹੈ। ਆਲਮੋਸਟ 50 ਹੈ ਜੀ। ਹਾਂਜੀ, ਇਹ ਤੁਹਾਨੂੰ ਦੱਸ ਦਿੰਦੇ ਜੀ। ਬਿਲਕੁਲ ਜੀ, ਮੈਂ ਫੋਨ ਇਹਨਾਂ ਦਾ ਰਿਪੀਟ ਕਰੂੰਗੀ, ਤੁਸੀਂ ਇਹਨਾਂ ਨੂੰ ਫੋਨ ਕਰਕੇ ਇਹਨਾਂ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ ਜੀ। ਜੀ ਥੈਂਕ ਯੂ ਜੀ। ਬਿਲਕੁਲ ਡਾਕਟਰ ਸਾਹਿਬ, ਕਾਲ ਤੇ ਸਾਡੀਆਂ ਸਾਰੀਆਂ ਲਾਈਨਸ ਬਿਜ਼ੀ ਆ ਰਹੀਆਂ, ਪਰ ਸਮਾਂ ਕਹਿ ਰਿਹਾ ਕਿ ਹੁਣ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ। ਪਰ ਮੈਂ ਚਾਹੂੰਗੀ ਕਿ ਤੁਸੀਂ ਵਾਅਦਾ ਕਰੋ ਇੱਕ ਵਾਰ ਫੇਰ ਸਾਡੇ ਨਾਲ, ਮਹੀਨੇ 'ਚ ਇੱਕ ਵਾਰ ਤੇ ਆਇਆ ਕਰੋ ਨਾ। ਜ਼ਰੂਰ ਜ਼ਰੂਰ ਜ਼ਰੂਰ। ਨਾਲੇ ਇੱਕ ਪੈਗਾਮ ਮੈਂ ਦੇਣਾ ਸੀ ਸਾਰੇ ਦੇਖਣ ਵਾਲਿਆਂ ਨੂੰ ਕਿ ਜਿਹੜਾ ਅਸੀਂ ਇੱਥੇ ਕਲੀਨਿਕ ਪੈਸਿਆਂ ਵਾਸਤੇ ਨਹੀਂ ਬਣਾਇਆ, ਅਸੀਂ ਇੱਥੇ ਕਲੀਨਿਕ ਲੋਕਾਂ ਦੀਆਂ ਦੁਆਵਾਂ ਵਾਸਤੇ ਬਣਾਇਆ। ਜਿਹੜੇ ਪੈਸੇ ਦੇਣਾ ਚਾਹੁੰਦੇ ਨੇ ਉਹ ਵੀ ਆ ਜਾਣ, ਤੇ ਜਿਹੜਿਆਂ ਕੋਲੇ ਪੈਸੇ ਨਹੀਂ ਹੈਗੇ ਉਹ ਵੀ ਆ ਜਾਣ। ਕੀ ਬਾਤ, ਕੋਈ ਮਸਲਾ ਨਹੀਂ। ਕੀ ਬਾਤ ਹੈ ਜੀ। ਮੈਨੂੰ ਲੱਗਦਾ ਕਿ ਖੁਦਾ ਵੱਲੋਂ ਕਈ ਇਹੋ ਜਿਹੇ ਇਨਸਾਨ ਭੇਜੇ ਹੁੰਦੇ ਆ ਦੁਨੀਆ ਤੇ ਫਰਿਸ਼ਤਿਆਂ ਦੇ ਰੂਪ 'ਚ, ਜਿਹੜੇ ਦੂਜਿਆਂ ਦਾ ਦੁੱਖ ਦਰਦ ਸਮਝਦੇ ਆ, ਤੇ ਮੇਰੇ ਖਿਆਲ 'ਚ ਡਾਕਟਰ ਮੁਰਤਜ਼ਾ ਉਹਨਾਂ ਫਰਿਸ਼ਤਿਆਂ 'ਚੋਂ ਹੀ ਆ ਕਿ ਦਵਾਈਆਂ ਵੀ ਬਸ ਸ਼ਰੇਆਮ ਹੀ ਵੰਡ ਰਹੇ ਆ, ਤੇ ਔਰ ਤੁਸੀਂ ਇਹ ਵੀ ਕਹਿਤਾ ਕਿ ਜਿਹੜੇ ਨਹੀਂ ਅਫੋਰਡ ਕਰ ਸਕਦੇ ਉਹ ਵੀ ਆ ਸਕਦੇ ਆ। ਸੋ ਬਿਲਕੁਲ ਜੀ, ਥੈਂਕ ਯੂ ਤੁਹਾਡਾ ਆਉਣ ਦੇ ਲਈ। ਸਮਾਂ ਕਹਿ ਰਿਹਾ ਹੈਗਾ ਕਿ ਹੁਣ ਸਾਨੂੰ ਜਾਣਾ ਪੈਣਾ। ਕੀ ਮੈਸੇਜ ਦਓਗੇ ਸਾਡੇ ਪਰਿਵਾਰਾਂ ਨੂੰ? ਮੈਸੇਜ ਉਹੀ ਦੁਬਾਰਾ ਮੈਂ ਰਿਪੀਟ ਕਰ ਦੇਣਾ ਕਿ ਇੱਕ ਤੇ ਹੈਲਦੀ ਡਾਈਟ ਖਾਓ, ਦੂਸਰਾ ਐਕਸਰਸਾਈਜ਼ ਕਰੋ, ਤੀਸਰਾ ਨੀਂਦ ਪੂਰੀ ਕਰੋ, ਚੌਥਾ ਖੁਸ਼ ਰਹੋ, ਤੇ ਪੰਜਵਾਂ ਅਗਰ ਕੋਈ ਡਿਜ਼ੀਜ਼ ਆ ਹੀ ਜਾਏ ਹਮੇਸ਼ਾ ਅਲਟਰਨੇਟਿਵ ਮੈਡੀਸਨ ਵੱਲ ਜਾਓ। ਕਿਉਂਕਿ ਮੈਂ ਸਾਰੀਆਂ ਮੈਡੀਸਨਸ ਪੜ੍ਹ ਕੇ ਇਹਨੂੰ ਪ੍ਰੈਫਰ ਕੀਤਾ। ਅਲਟਰਨੇਟਿਵ ਮੈਡੀਸਨਸ 'ਚ ਮਾਇਰੇਕਲਸ ਦੇਖੇ ਨੇ, ਮੁਜਜ਼ੇ ਦੇਖੇ ਨੇ, ਜਿਹੜੇ ਉਧਰ ਨਹੀਂ ਮੈਨੂੰ ਨਜ਼ਰ ਆਉਂਦੇ। ਕੀ ਬਾਤ ਹੈ। ਥੈਂਕ ਯੂ ਜੀ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ, ਤੇ ਅਗਲੀ ਵਾਰ ਜ਼ਰੂਰ ਅਸੀਂ ਤੁਹਾਨੂੰ ਫਿਰ ਲੈ ਕੇ ਆਵਾਂਗੇ ਤਾਂ ਕਿ ਸਾਡੇ ਪਰਿਵਾਰ ਹੋਰ ਤੁਹਾਡੇ ਕੋਲ ਜਾਣਕਾਰੀ ਲੈ ਸਕਣ। ਸੋ ਮੇਰੇ ਵੱਲੋਂ ਤੁਹਾਨੂੰ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਬਿਲਕੁਲ ਜੀ, ਇਹ ਸਨ ਸਾਡੇ ਨਾਲ ਡਾਕਟਰ ਮੁਰਤਜ਼ਾ ਜੀ, ਜਿਹੜੇ ਵਾਈਟ ਰੌਕ ਦੇ ਵਿੱਚ ਇਹਨਾਂ ਦਾ ਕਲੀਨਿਕ ਆ। ਤੇ ਮੈਂ ਨੰਬਰ ਇੱਕ ਵਾਰੀ ਇਹਨਾਂ ਦਾ ਰਿਪੀਟ ਕਰ ਦਿੰਦੀ ਹਾਂ, 306 444 3444 3064443444 ਇਹਨਾਂ ਦਾ ਨੰਬਰ ਆ। ਵਾਈਟ ਰੌਕ ਦੇ ਵਿੱਚ ਇਹਨਾਂ ਦਾ ਕਲੀਨਿਕ ਆ। ਸੋ ਤੁਸੀਂ ਇਹਨਾਂ ਨੂੰ ਉੱਥੇ ਜਾ ਕੇ ਮਿਲ ਸਕਦੇ ਹੋ, ਫੋਨ ਕਰਕੇ ਇਹਨਾਂ ਦੇ ਨਾਲ ਸਲਾਹ ਕਰ ਸਕਦੇ ਹੋ, ਇਹਨਾਂ ਤੋਂ ਆਪਣੇ ਸਵਾਲ ਜਵਾਬ ਪੁੱਛ ਸਕਦੇ ਹੋ। ਬਹੁਤ ਸਾਰੀਆਂ ਕਾਲਾਂ ਜਿਹੜੀਆਂ ਮੈਂ ਨਹੀਂ ਲੈ ਸਕਦੀ ਕਿਉਂਕਿ ਮੇਰਾ ਸਮਾਂ ਹੋ ਗਿਆ, ਤੁਹਾਡੇ ਤੋਂ ਇਜਾਜ਼ਤ ਲੈਣ ਦਾ ਮਾਫੀ ਚਾਹੁੰਦੀ ਹਾਂ। ਪਰ ਮੇਰੀ ਕੋਸ਼ਿਸ਼ ਰਹੂਗੀ ਕਿ ਮੈਂ ਮਹੀਨੇ ਦੇ ਵਿੱਚ ਇੱਕ ਵਾਰ ਕੋਈ ਇਹੋ ਜਿਹਾ ਪ੍ਰੋਗਰਾਮ ਲੈ ਕੇ ਆਇਆ ਕਰਾਂ ਜਿਹਦੇ ਵਿੱਚ ਮੈਂ ਡਾਕਟਰ ਦੇ ਨਾਲ ਗੱਲਬਾਤ ਕਰਿਆ ਕਰਾਂ, ਤੁਸੀਂ ਵੀ ਖੁੱਲ੍ਹ ਕੇ ਆਪਣੇ ਸਵਾਲ ਜਵਾਬ ਕਰ ਸਕਿਆ ਕਰੋ। ਔਰ ਕਿਉਂਕਿ ਇਹੋ ਜਿਹੇ ਹੈਲਥ ਜਿਹੜੇ ਸੈਗਮੈਂਟ ਆ ਜ਼ਿਆਦਾ ਜ਼ਰੂਰੀ ਆ ਸਾਡੇ ਲਈ। ਇੰਨੀ ਬਿਜ਼ੀ ਜ਼ਿੰਦਗੀ ਦੇ ਵਿੱਚੋਂ ਸਾਨੂੰ ਆਪਣੇ ਲਈ ਟਾਈਮ ਕੱਢਣਾ, ਕਈ ਵਾਰੀ ਅਸੀਂ ਆਪਣੇ ਨਾਲ ਕੰਪਰੋਮਾਈਜ਼ ਕਰ ਲੈਂਦੇ ਹਾਂ, ਪਰ ਸਿਹਤ ਦੇ ਨਾਲ ਕਦੇ ਕੰਪਰੋਮਾਈਜ਼ ਨਹੀਂ ਕਰਨੀ ਚਾਹੀਦੀ। ਖੁਸ਼ ਰਹਿਣਾ ਚਾਹੀਦਾ, ਤੇ ਖੁਸ਼ ਰਹਿਣ ਦੇ ਲਈ ਬਹਾਨੇ ਨਹੀਂ ਲੱਭਣੇ ਚਾਹੀਦੇ, ਸਾਡੇ ਅੰਦਰੋਂ ਹੀ ਖੁਸ਼ੀ ਪੈਦਾ ਹੁੰਦੀ ਆ। ਤੇ ਖੁਸ਼ ਰਿਹਾ ਕਰੋ, ਦੂਜਿਆਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਿਆ ਕਰੋ, ਪਰ ਦੂਜਿਆਂ ਨੂੰ ਖੁਸ਼ ਕਰਨਾ ਇੰਨਾ ਆਸਾਨ ਨਹੀਂਗਾ। ਜੀਂਦੇ ਡੱਡੂਆਂ ਨੂੰ ਤੱਕੜੀ 'ਚ ਪਾ ਕੇ ਤੋਲਣ ਵਾਲੀ ਗੱਲ ਹੁੰਦੀ ਹੈ। ਸੋ ਇੱਕ ਨੂੰ ਬਿਠਾਲਦੇ ਆ, ਦੂਜਾ ਨਿਕਲ ਜਾਂਦਾ, ਪਰ ਕਹਿੰਦੇ ਕੋਸ਼ਿਸ਼ ਕਰ ਲੈਣੀ ਚਾਹੀਦੀ ਆ। ਤੇ ਕੋਸ਼ਿਸ਼ ਕਰਨ ਵਾਲਿਆਂ ਨੂੰ ਹੀ ਮੰਜ਼ਿਲਾਂ ਮਿਲਦੀਆਂ ਨੇ, ਮੰਜ਼ਿਲਾਂ ਨੂੰ ਕਦੇ ਪੌੜੀਆਂ ਨਹੀਂ ਲੱਗਦੀਆਂ। ਸੋ ਅਗਲੀ ਵਾਰ ਫਿਰ ਤੁਹਾਡੇ ਨਾਲ ਮੈਂ ਰੂਬਰੂ ਹੋਵਾਂਗੀ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ। ਅੱਜ ਮੇਰਾ ਸਮਾਂ ਇੱਥੇ ਤੱਕ ਦਾ ਸੀ।
ਤੁਸੀਂ ਕਿਤੇ ਨਹੀਂ ਜਾਣਾ ਤੇ ਨਾ ਹੀ ਟੀਵੀ ਬੰਦ ਕਰਨਾ, ਕਿਉਂਕਿ ਮੇਰੇ ਤੋਂ ਬਾਅਦ ਪੁਨੀਤ ਜੀ ਸ਼ੋਅ ਲੈ ਕੇ ਆ ਰਹੇ ਨੇ। ਤੁਸੀਂ ਰੱਖਿਓ ਖਿਆਲ। ਮੇਰੇ ਵੱਲੋਂ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਪਿਆਰ, ਅਦਬ, ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ।